ਹੈਲੋ एवरीवन मोस्ट वेलकम टू अवर चैनल राइट ऑन। ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ, ਸੀ ਟੈਟ ਦੇ ਲਈ ਜਾਂ ਮੈਥ ਮਾਸਟਰ ਕੈਡਰ ਦੇ ਲਈ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ। ਇਹ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਏਗਾ। ਅੱਜ ਆਪਾਂ ਕੰਟੀਨਿਊ ਕਰਦੇ ਆਪਣੇ ਮਾਸਟਰ ਕੈਡਰ ਦੇ ਨੈਕਸਟ ਵੀਡੀਓ ਨੂੰ। ਦੇਖੋ ਮਾਸਟਰ ਕੈਡਰ ਦਾ ਜੋ ਫਸਟ ਟੌਪਿਕ ਹੈ ਮੈਥ ਦੇ ਲਈ, ਜੋ ਵੀ ਤਿਆਰੀ ਕਰ ਰਹੇ ਨੇ ਬਿਲਕੁਲ ਸਟਾਰਟਿੰਗ ਤੋਂ ਆਪਾਂ ਕਹਿ ਸਕਦੇ ਹਾਂ ਕਿ ਤਰੀਕੇ ਦੀ ਰਿਵੀਜ਼ਨ ਲਗਾ ਲਓ ਜਿਨ੍ਹਾਂ ਨੇ ਪਹਿਲਾਂ ਤਿਆਰੀ ਕੀਤੀ ਸੀ, ਜਾਂ ਫਿਰ ਆਪਾਂ ਗੱਲ ਕਰੀਏ ਜਿਨ੍ਹਾਂ ਨੇ ਪਹਿਲਾਂ ਤਿਆਰੀ ਨਹੀਂ ਕੀਤੀ ਸੀ ਔਰ ਉਹ ਸਟਾਰਟ ਕਰਨਾ ਚਾਹੁੰਦੇ ਨੇ ਤੇ ਯੂਜ਼ਫੁਲ ਹੈ। ठीक है, फर्स्ट 2 वीडियोज़ ने ਜਿਹੜੀਆਂ ਤਾਂ ਆਪਾਂ ਅਪਲੋਡ ਕਰ ਚੁੱਕੇ ਹਾਂ। ਤੁਸੀਂ ਚੈਨਲ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ, ਪਲੇਲਿਸਟ ਮਿਲ ਜਾਏਗੀ। ਮੈਟ੍ਰਿਕਸ ਟੌਪਿਕ ਆਪਾਂ ਸਟਾਰਟ ਕੀਤਾ ਸੀ, ਠੀਕ ਹੈ ਜੀ। ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਤਾਂ ਇਹ ਦੇਖਿਆ ਸੀ ਕਿ ਮੈਟ੍ਰਿਕਸ ਹੁੰਦੀ ਕੀ ਹੈ, ਮੈਟ੍ਰਿਕਸ ਦੀ ਡੈਫੀਨੇਸ਼ਨ ਪੜ੍ਹੀ ਸੀ, ਉਸ ਦੀਆਂ ਹੋਰ ਵੀ ਮਤਲਬ ਆਪਾਂ ਕਹਿ ਸਕਦੇ ਹਾਂ ਐਡੀਸ਼ਨ, ਸਬਟ੍ਰੈਕਸ਼ਨ, ਇਹ ਸਾਰਾ ਕੁਛ ਆਪਾਂ ਡਿਟੇਲ ਦੇ ਵਿੱਚ ਕੀਤਾ ਸੀ। ਸੈਕਿੰਡ ਦੇ ਵਿੱਚ ਵੀ ਆਪਾਂ ਟਾਈਪਸ ਨੂੰ ਡਿਟੇਲ ਦੇ ਵਿੱਚ ਕੀਤਾ ਸੀ। ਪ੍ਰੋਪਰਟੀਜ਼ ਆਪਾਂ ਬਹੁਤ ਸਾਰੀਆਂ ਪ੍ਰੋਪਰਲੀ ਕਵਰ ਕੀਤੀਆਂ ਸੀ। ਅੱਜ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ। ਤਾਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਅੱਜ ਆਪਾਂ ਕੀ ਕਰਾਂਗੇ, ਸਪੈਸ਼ਲ ਟਾਈਪ ਆਫ ਮੈਟ੍ਰਿਸਿਸ ਨੂੰ ਕਰਾਂਗੇ। ਸਪੈਸ਼ਲ ਟਾਈਪ ਆਫ ਮੈਟ੍ਰਿਸਿਸ ਮਤਲਬ ਕੁਝ ਇੱਦਾਂ ਦੀਆਂ ਮੈਟ੍ਰਿਸਿਸ ਹੁੰਦੀਆਂ ਨੇ ਜਿਨ੍ਹਾਂ ਦੇ ਉੱਪਰ ਕੁਐਸਚਨ ਬਣ ਜਾਂਦਾ ਹੈ। ਇੰਪੋਰਟੈਂਟ ਪੁਆਇੰਟ ਹੈ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। ਸਿਮੈਟ੍ਰਿਕ ਮੈਟ੍ਰਿਕਸ ਕਿਹੜੀ ਹੁੰਦੀ ਹੈ, ਸਕਿਊ ਸਿਮੈਟ੍ਰਿਕ ਮੈਟ੍ਰਿਕਸ ਕਿਹੜੀ ਹੁੰਦੀ ਹੈ, ਆਰਥੋਗੋਨਲ, ਠੀਕ ਹੈ। ਇੱਦਾਂ ਦੀਆਂ ਬਹੁਤ ਸਾਰੀਆਂ ਮੈਟ੍ਰਿਸਿਸ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਸਪੈਸ਼ਲ ਟਾਈਪ ਆਫ ਮੈਟ੍ਰਿਸਿਸ ਦੇ ਵਿੱਚ ਲੈਂਦੇ ਹਾਂ। ਔਰ ਦੁਬਾਰਾ ਦੱਸ ਰਹੀ ਹਾਂ ਕਿ ਇਹਦੇ ਵਿੱਚ ਕੁਐਸਚਨ ਬਣ ਜਾਂਦਾ, ਸੋ ਇਹਨਾਂ ਨੂੰ ਡਿਟੇਲ ਦੇ ਵਿੱਚ ਕਰਨਾ ਜ਼ਰੂਰੀ ਹੈ, ਠੀਕ ਹੈ। ਤਾਂ ਸਟਾਰਟ ਕਰਦੇ ਹਾਂ ਅੱਜ ਦੇ ਟੌਪਿਕ ਨੂੰ। ਤਾਂ ਸਭ ਤੋਂ ਪਹਿਲਾਂ ਤਾਂ ਦੇਖੋ ਤੁਹਾਡੇ ਸਾਹਮਣੇ ਨੇਮ ਹੈ ਸਿਮੈਟ੍ਰਿਕ ਮੈਟ੍ਰਿਕਸ। ਦੇਖੋ ਸਿਮੈਟ੍ਰਿਕ ਤੇ ਸਕਿਊ ਸਿਮੈਟ੍ਰਿਕ ਇਹ ਦੋ ਹੁੰਦੇ ਆ ਆਪਣੇ ਕੋਲੇ। ਇੱਕ ਹੁੰਦਾ ਆਪਣੇ ਕੋਲ ਸਿਮੈਟ੍ਰਿਕ ਮੈਟ੍ਰਿਕਸ, ਦੂਸਰਾ ਹੁੰਦਾ ਸਕਿਊ ਸਿਮੈਟ੍ਰਿਕ। ਤਾਂ ਸਭ ਤੋਂ ਪਹਿਲਾਂ ਆਪਾਂ ਸਿਮੈਟ੍ਰਿਕ ਦੇਖਦੇ ਹਾਂ ਕਿ ਸਿਮੈਟ੍ਰਿਕ ਕੀ ਹੁੰਦੀ ਹੈ। ਸਿਮੈਟ੍ਰਿਕ ਮੈਟ੍ਰਿਕਸ ਉਹ ਮੈਟ੍ਰਿਕਸ ਹੁੰਦੀ ਹੈ, ਹੁਣ ਆਪਾਂ ਨੇ ਜੋ ਪ੍ਰੀਵੀਅਸ ਵੀਡੀਓ ਕੀਤੀ ਸੀ ਉਹਦੇ ਵਿੱਚ ਆਪਾਂ ਕੀ ਕਰਨਾ ਸਿੱਖਿਆ ਸੀ, ਟਰਾਂਸਪੋਜ਼ ਕਰਨਾ ਸਿੱਖਿਆ ਸੀ। ਟਰਾਂਸਪੋਜ਼ ਕਰਨਾ ਸਿੱਖਿਆ ਸੀ, ਕਲੀਅਰ ਹੈ। ਦੁਬਾਰਾ ਦੱਸ ਦਿੰਦੇ ਹਾਂ ਟਰਾਂਸਪੋਜ਼ ਕੀ ਹੁੰਦਾ। ਫੋਰ ਐਗਜ਼ਾਮਪਲ ਮੇਰੇ ਕੋਲ ਇੱਥੇ ਕੋਈ ਵੀ ਮੈਟ੍ਰਿਕਸ ਹੈ, ਹੁਣ ਉਹ ਸਕੁਏਅਰ ਮੈਟ੍ਰਿਕਸ ਵੀ ਹੋ ਸਕਦੀ ਹੈ, ਰੈਕਟੈਂਗੂਲਰ ਵੀ ਹੋ ਸਕਦੀ ਹੈ। ਜ਼ਰੂਰੀ ਨਹੀਂ ਹੈ ਕਿ ਅਗਰ ਆਪਾਂ ਟਰਾਂਸਪੋਜ਼ ਕਰ ਰਹੇ ਹਾਂ ਤਾਂ ਉਹ ਇੱਕ ਸਕੁਏਅਰ ਮੈਟ੍ਰਿਕਸ ਹੀ ਹੋਵੇ। ਟਰਾਂਸਪੋਜ਼ ਆਪਾਂ ਕਿਸੇ ਵੀ ਮੈਟ੍ਰਿਕਸ ਦਾ ਕਰ ਸਕਦੇ ਹਾਂ। ਉਹਦਾ ਆਰਡਰ 2/2 ਦਾ ਵੀ ਹੋ ਸਕਦਾ ਹੈ, 3/4 ਦਾ ਵੀ ਹੋ ਸਕਦਾ ਹੈ। ਮੇਰੇ ਕਹਿਣ ਦਾ ਮਤਲਬ ਉਹ ਸਕੁਏਅਰ ਮੈਟ੍ਰਿਕਸ ਵੀ ਹੋ ਸਕਦੀ ਹੈ ਔਰ ਉਹ ਰੈਕਟੈਂਗੂਲਰ ਮੈਟ੍ਰਿਕਸ ਵੀ ਹੋ ਸਕਦੀ ਹੈ। ਇਹ ਗੱਲ ਮੈਂ ਕਿਸ ਲਈ ਕਹਿ ਰਹੀ ਹਾਂ, ਇਹ ਗੱਲ ਮੈਂ ਕਹਿ ਰਹੀ ਹਾਂ ਟਰਾਂਸਪੋਜ਼ ਲਈ, ਸਿਰਫ ਤੇ ਸਿਰਫ ਟਰਾਂਸਪੋਜ਼ ਲਈ, ਠੀਕ ਹੈ ਜੀ। ਹੁਣ ਆਪਾਂ ਇਹ ਕਰਦੇ ਹਾਂ, ਪਹਿਲਾਂ ਆਪਾਂ ਟਰਾਂਸਪੋਜ਼ ਕਰ ਰਹੇ ਸੀ, ਟਰਾਂਸਪੋਜ਼ ਕਰ ਰਹੇ ਸੀ। ਤਾਂ ਟਰਾਂਸਪੋਜ਼ ਦੇ ਵਿੱਚ ਦੇਖਦੇ ਹਾਂ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਟਰਾਂਸਪੋਜ਼ ਕਿੱਦਾਂ ਸਿੱਖਿਆ ਸੀ। ਫੋਰ ਐਗਜ਼ਾਮਪਲ ਮੈਂ ਇਸਦਾ ਟਰਾਂਸਪੋਜ਼ ਕਰ ਰਹੀ ਹਾਂ, ਅਤੇ ਇਸਦਾ ਟਰਾਂਸਪੋਜ਼ ਕਿਵੇਂ ਹੋਏਗਾ, ਜੋ ਫਸਟ ਕੋਲਮ ਹੈ ਫਸਟ ਰੋ ਹੈ ਉਹ ਕੀ ਬਣ ਜਾਏਗੀ, ਫਸਟ ਕੋਲਮ ਬਣ ਜਾਏਗੀ। ਔਰ ਜੋ ਸੈਕਿੰਡ ਰੋ ਹੈ ਉਹ ਕੀ ਬਣ ਜਾਏਗੀ, ਸੈਕਿੰਡ ਕੋਲਮ ਬਣ ਜਾਏਗੀ। ਇਹ ਕੀ ਹੁੰਦਾ ਆਪਣੇ ਕੋਲ, ਟਰਾਂਸਪੋਜ਼ ਆਫ ਅ ਮੈਟ੍ਰਿਕਸ, ਜੋ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ, ਠੀਕ ਹੈ ਜੀ। ਹੁਣ ਸਿਮੈਟ੍ਰਿਕ ਮੈਟ੍ਰਿਕਸ ਇਹਦੇ ਨਾਲ ਕਿਵੇਂ ਰਿਲੇਟ ਕਰਦੀ ਹੈ, ਇਸ ਚੀਜ਼ ਨੂੰ ਦੇਖਦੇ ਹਾਂ। ਤਾਂ ਸਿਮੈਟ੍ਰਿਕ ਮੈਟ੍ਰਿਕਸ ਇਸ ਚੀਜ਼ ਨਾਲ ਕਿਵੇਂ ਰਿਲੇਟ ਕਰਦੀ ਹੈ। ਦੇਖੋ ਜੋ ਸਿਮੈਟ੍ਰਿਕ ਮੈਟ੍ਰਿਕਸ ਹੁੰਦੀ ਹੈ ਉਹਦੇ ਵਿੱਚ ਕੀ ਚੀਜ਼ ਹੁੰਦੀ ਹੈ ਕਿ ਜਦੋਂ ਆਪਾਂ ਕਿਸੇ ਮੈਟ੍ਰਿਕਸ ਦਾ ਟਰਾਂਸਪੋਜ਼ ਕਰੀਏ ਔਰ ਆਪਣੇ ਕੋਲ ਵਾਪਸ ਉਹੀ ਮੈਟ੍ਰਿਕਸ ਆ ਜਾਵੇ, ਦੈਟ ਇਜ਼ ਨੋਨ ਐਜ਼ ਸਿਮੈਟ੍ਰਿਕ ਮੈਟ੍ਰਿਕਸ, ਠੀਕ ਹੈ ਜੀ। ਦੁਬਾਰਾ ਦੱਸ ਦਿੰਦੇ ਹਾਂ, ਲਿਖ ਕੇ ਦੇਖਦੇ ਹਾਂ ਆਪਾਂ। ਸਭ ਤੋਂ ਵੱਡੀ ਗੱਲ, ਜਦੋਂ ਮੈਂ ਕੋਈ ਮੈਟ੍ਰਿਕਸ ਲਈ ਉਸਦਾ ਮੈंने ਟਰਾਂਸਪੋਜ਼ ਕੀਤਾ ਔਰ ਮੇਰੇ ਕੋਲ ਵਾਪਸ ਉਹੀ ਮੈਟ੍ਰਿਕਸ ਆ ਗਈ, ਦਿਸ ਮੈਟ੍ਰਿਕਸ ਇਜ਼ ਨੋਨ ਐਜ਼ ਸਿਮੈਟ੍ਰਿਕ ਮੈਟ੍ਰਿਕਸ। ਹੁਣ ਜਦੋਂ ਮੈਂ ਤੁਹਾਨੂੰ ਟਰਾਂਸਪੋਜ਼ ਬਾਰੇ ਦੱਸ ਰਹੀ ਸੀ ਕਿ ਟਰਾਂਸਪੋਜ਼ ਕੀ ਹੁੰਦਾ, ਉਦੋਂ ਮੈंने ਕਿਹਾ ਸੀ ਕਿ ਮੈਟ੍ਰਿਕਸ ਕਿਸੇ ਵੀ ਆਰਡਰ ਦੀ ਹੋ ਸਕਦੀ ਹੈ। ਸਕੁਏਅਰ ਵੀ ਹੋ ਸਕਦੀ ਹੈ ਮੈਟ੍ਰਿਕਸ ਔਰ ਰੈਕਟੈਂਗੂਲਰ ਵੀ ਹੋ ਸਕਦੀ ਹੈ, ਜਦੋਂ ਮੈਂ ਟਰਾਂਸਪੋਜ਼ ਕਰ ਰਹੀ ਸੀ। ਪਰ ਹੁਣ ਉਰੇ ਮੈਂ ਗੱਲ ਕਰ ਰਹੀ ਹਾਂ ਸਿਮੈਟ੍ਰਿਕ ਦੀ। ਜੋ ਸਿਮੈਟ੍ਰਿਕ ਮੈਟ੍ਰਿਕਸ ਹੈ ਉਹਦੇ ਲਈ ਪਹਿਲੀ ਕੰਡੀਸ਼ਨ ਤਾਂ ਇਹ ਹੋ ਜਾਂਦੀ ਹੈ, ਦੂਸਰੀ ਕੰਡੀਸ਼ਨ ਇਹ ਹੋ ਜਾਂਦੀ ਹੈ ਇਟ ਹੈਜ਼ ਟੂ ਬੀ ਅ ਸਕੁਏਅਰ ਮੈਟ੍ਰਿਕਸ, ਕਿ ਇਸ ਨੂੰ ਸਕੁਏਅਰ ਮੈਟ੍ਰਿਕਸ ਹੀ ਹੋਣਾ ਪਏਗਾ। ਕਿਉਂ, ਉਹਨਾਂ ਵੀ ਆਪਾਂ ਦੇਖਦੇ ਹਾਂ ਰੀਜ਼ਨ ਡਿਟੇਲ ਦੇ ਵਿੱਚ, ਠੀਕ ਹੈ ਜੀ। ਹੁਣ ਇੱਥੇ ਆਪਾਂ ਕੋਈ ਐਗਜ਼ਾਮਪਲ ਲੈਂਦੇ ਹਾਂ, 2 ਐਗਜ਼ਾਮਪਲਸ ਲੈਂਦੇ ਹਾਂ, ਠੀਕ ਹੈ। ਤਾਂ ਸਭ ਤੋਂ ਪਹਿਲੀ ਗੱਲ ਤਾਂ ਅਗਰ ਕੋਈ ਮੈਟ੍ਰਿਕਸ ਸਕੁਏਅਰ ਮੈਟ੍ਰਿਕਸ ਨਹੀਂ ਹੈ, ਮਤਲਬ ਉਹ 2/2 ਦੀ ਜਾਂ ਫਿਰ 3/3, 4/4, ਮਤਲਬ ਜਿੱਥੇ ਦੋਨੋਂ ਸੇਮ ਰੋਜ਼ ਅਤੇ ਕੋਲਮਸ ਨੇ ਉਹ ਇਕੁਅਲ ਨਹੀਂ ਹੈਗੇ ਰੋਜ਼ ਅਤੇ ਕੋਲਮਸ, ਤਾਂ ਉਹ ਆਪਣੇ ਕੋਲ ਸਿਮੈਟ੍ਰਿਕ ਜਾਂ ਸਕੁਏਅਰ ਸਿਮੈਟ੍ਰਿਕ ਮੈਟ੍ਰਿਕਸ ਨਹੀਂ ਹੋ ਸਕਦੀ, ਠੀਕ ਹੈ। ਹੁਣ ਆਪਾਂ ਇੱਥੇ ਗੱਲ ਕਰੀਏ, ਕੋਈ ਐਗਜ਼ਾਮਪਲ ਲੈ ਲਓ ਜਿਹਦੇ ਨਾਲ ਸਾਨੂੰ ਕਲੀਅਰ ਹੋਏਗਾ ਕਿ ਕਿਸੇ ਮੈਟ੍ਰਿਕਸ ਦਾ ਟਰਾਂਸਪੋਜ਼ ਕਰਕੇ ਉਹੀ ਮੈਟ੍ਰਿਕਸ ਕਿਵੇਂ ਆ ਸਕਦੀ ਹੈ, ਠੀਕ ਹੈ ਜੀ। ਫੋਰ ਐਗਜ਼ਾਮਪਲ ਮੈਂ ਇੱਥੇ ਇੱਕ ਮੈਟ੍ਰਿਕਸ ਲਈ 1, ਕੋਈ ਵੀ ਡਾਇਗਨਲ ਐਲੀਮੈਂਟਸ ਤੁਸੀਂ ਲੈ ਲਓ, ਜਿਵੇਂ ਇੱਥੇ ਮੈਂ ਲੈ ਲੈਂਦੀ ਹਾਂ 1 4 7 4 2, ਠੀਕ ਹੈ ਜੀ। ਇੱਥੇ 3 ਲੈ ਲੈਂਦੇ ਹਾਂ, ਕੋਈ ਫਰਕ ਨਹੀਂ ਪੈਂਦਾ, ਔਰ 7 3 3। ਅਤੇ ਇਸ ਮੈਟ੍ਰਿਕਸ ਦਾ ਜਦੋਂ ਮੈਂ ਟਰਾਂਸਪੋਜ਼ ਕਰ ਰਹੀ ਹਾਂ ਤਾਂ ਮੈਨੂੰ ਕੀ ਮਿਲ ਰਿਹਾ, ਠੀਕ ਹੈ। ਹੁਣ ਇਸ ਦਾ ਟਰਾਂਸਪੋਜ਼ ਕਰ ਦਿਓ। ਟਰਾਂਸਪੋਜ਼ ਜਦੋਂ ਮੈਂ ਕਰੂੰਗੀ ਤਾਂ ਮੇਰੇ ਕੋਲ ਫਸਟ ਕੋਲਮ ਕੀ ਬਣ ਜਾਏਗਾ, ਫਸਟ ਰੋ ਬਣ ਜਾਏਗੀ,
ठीक है। जो मैं सैकेंड कॉलम ਨੂੰ ट्रांसपोज करूँगी तो मेरे को की बन जाएगा सैकेंड बन जाएगा। उस तो बाद अगर मैं गल करा थर्ड का जो मैं ट्रांसपोज करूँगी तो मेरे को की बन जाएगा थर्ड बन जाएगा। हुण इस मैट्रिक्स ਨੂੰ चैक करो, ये दोनों सेम ने 1 4 7 4 2 3 7 3 3। जो मैंने इस मैट्रिक्स का ट्रांसपोज किया मेरे को दोबारा उही मैट्रिक्स आ गई तो यदा मतलब यह मैट्रिक्स मेरे को की है सिमेट्रिक मैट्रिक्स है। क्लीयर, मतलब इत्थे की हो जाता है जो मैं किसी मैट्रिक्स का ट्रांसपोज करती हाँ तो वह मेरे को उही मैट्रिक्स वापस आ जाती है। दिस नोन इज सिमेट्रिक मैट्रिक्स। तो सिमेट्रिक मैट्रिक्स आ गई। हुण आपां अगर गल करिए कि मैंने कहा सी कि उन्होंने पहली कंडीशन यही होगी अपने को, दूसरा मैंने कहा सी कि उसका जो ऑर्डर है वह अपने को एक तरीके नाल सेम ऑर्डर होना चाहिए। मेरे कहना मतलब वो मैट्रिक्स की होनी चाहिए है स्क्वेयर मैट्रिक्स होनी चाहिए है। हुण अगर मैंने इत्थे कोई मैट्रिक्स ले ली, फॉर एग्जाम्पल मैं इत्थे कोई भी मैट्रिक्स ले लेनी है जिसका ऑर्डर किते ना किते सेम नहीं है। हुण इसका ऑर्डर सेम नहीं है, इसका ऑर्डर की है 2/3 है। जो मैं इसका ट्रांसपोज करूँगी तो इसका ऑर्डर की बन जाएगा 3/2 बन जाएगा। जो इसका ऑर्डर ही चेंज हो गया पूरा का पूरा तो की ये सेम मैट्रिक्स बनेगी नहीं। जो ऑर्डर ही चेंज हो गया फिर इक्वल तो आएगी नहीं, सेम मैट्रिक्स तो होएगी नहीं। मतलब ट्रांसपोज आप किसी भी ऑर्डर का कर सकते हैं बट सिमेट्रिक जो स्क्यू सिमेट्रिक होने लिए सेम मतलब स्क्वेयर मैट्रिक्स का होना जरूरी है। उम्मीद है पॉइंट थोड़ा क्लीयर हो गया होगा तो समझ आ गया होगा कि सिमेट्रिक मैट्रिक्स की होंगी है। हम सिमेट्रिक मैट्रिक्स की अगर आप गल करिए तो इसमें एक जनरल आप किमें लिख सकते हैं। वैसे अगर पहचान करनी हो सिमेट्रिक मैट्रिक्स की तो आप ये कह सकते हैं कि डायगनल एलीमेंट्स मेरे को कोई भी रियल वैल्यूज हो सकती ने। रियल वैल्यूज जो पूरी कोई भी वैल्यूज डायगनल हो सकती ने। ठीक है, हुण उत्थे जो मेरे को एलीमेंट ए होएगा, ठीक है, वो इज इक्वल होएगा, ये इज इक्वल होएगा और इज इक्वल होएगा। ठीक है, थोड़ा इन्हू चंगी तरह दस देने एक्स दे इक्वल होएगा और मैं गल करा अगर सॉरी वाई दे इक्वल होएगा और जो जेड है वह जेड दे इक्वल होएगा। हुण इस चीज़ में किवें, क्योंकि जो आप ट्रांसपोज करते हैं ना उसका मतलब ये हो जाता है कि जो मैं ए का ट्रांसपोज कर रही हाँ वह ए दे ही इक्वल आएगा। अगर मैं एलीमेंट वाइज देखा तो एलीमेंट वाइज ये हो जाता है कि जो रो है वह कॉलम बन जाता है। ठीक है, तुसीं इत्थे ये चीज़ में रिलेट कर पा रहे हो कि मैंने ए आई जे नू ए जे आई दे इक्वल क्यों लिखे है। इत्थे मैंने इसलिए लिखे क्योंकि जो मेरे को रो सी ट्रांसपोज करने तो बाद वो की बन गया कॉलम बन गया और जो मेरे को कॉलम सी वो ट्रांसपोज करने तो बाद की बन गया रो बन गया। क्लीयर इट इज़। ठीक है, तो सिंपल वैसे तो इन्ना डिटेल इसलिए दस रही ताकि थानू चंगी तरह क्लीयर हो जाए। बट तुम माइंड के जस्ट किन्ना क रखना है। ठीक है, तुम माइंड के इन्नी चीज़ रखनी है कि ट्रांसपोज करके अगर वही मैट्रिक्स दोबारा बन जाती है तो उन्होंने आप की बोलते हैं सिमेट्रिक मैट्रिक्स बोलते हैं। क्लीयर, तो अगे अगर आप गल करिए हुण ये जो एलीमेंट है ये किहड़ा एलीमेंट है A12 एलीमेंट है। ठीक है, और ये किहड़ा एलीमेंट है A21 एलीमेंट है। ये दोनों आपस के की होने चाहिए ने जी, इक्वल होने चाहिए ने। उम्मीद है ये चीज़ थोड़ा क्लीयर होगी होएगी। ठीक है, मेरे कहने का मतलब यही है जो ट्रांसपोज करते हैं तो एलीमेंट के भी जो रो है वो कॉलम के चेंज हो जाती है और जो कॉलम है वो रो के चेंज हो जाता है। बस इन्नी एक चीज़ है। और जो एक दूसरे के इस तरीके क्रॉसपोंडिंग एलीमेंट्स होंगे ने क्रॉसपोंडिंग कह लो या फिर जिहदे दोनों एक दूसरे के होंगे ने उल्ट होंगे ने 1 2 2 1। ठीक है, ये दोनों एलीमेंट हो गए 3 1 3 2 सॉरी 1 3। ठीक है, ये दोनों हो गए आपस की होंगे इक्वल होंगे। अगर थोड़ा यह चीज़ नहीं इन्ना क्लीयर लग रहा है, कईयों क्लीयर हो गया होगा जिन्हों का बेस अच्छा स्ट्रॉन्ग है। अगर थोड़ा फिर भी इन्ना क्लीयर नहीं लग रहा तो सिंपल जी चीज़ है ट्रांसपोज करके चेक कर लो कि वही दोबारा मैट्रिक्स बन रही है या नहीं, तो वह मैट्रिक्स की होएगी सिमेट्रिक मैट्रिक्स होएगी। ठीक है, हुण अगर आप गल करिए स्क्यू सिमेट्रिक मैट्रिक्स की। ठीक है, स्क्यू सिमेट्रिक मैट्रिक्स के विच की आ जाता है, हुण मैंने ट्रांसपोज तो किया मैट्रिक्स भी मेरे को उही आ गई बट किस सिंबल दे विच आ गई नैगेटिव दे विच। मतलब पूरी दी पूरी जो मैट्रिक्स है ਉਹਦੇ ਵਿੱਚ एक माइनस कॉमन आ रहा है जो -1 कॉमन आ रहा है और यह मेरे को की बन जाती है जी स्क्यू सिमेट्रिक मैट्रिक्स बन जाती है। सिंपल शब्दों में आप कहिए जो मैं किसी मैट्रिक्स का ट्रांसपोज करा और वही मेरे को मैट्रिक्स आ जाए बट नैगेटिव के आए तो वह मेरे को किहड़ी मैट्रिक्स होंदी है स्क्यू सिमेट्रिक मैट्रिक्स होंदी है। उम्मीद है क्लीयर होएगा ये कॉन्सैप्ट। हुण जो मैं इत्थे लै रही हाँ ये एलीमेंट्स लै रही हाँ, जो मैंने इन्हां दा ट्रांसपोज किया तो मेरे को रो किहदे विच चेंज हो जाएगा कॉलम दे विच चेंज हो जाएगा और मेरे को कॉलम के चेंज हो जाएगा रो के चेंज हो जाएगा बट इन नैगेटिव मेरे को मोरे -20 आएगा। ठीक है जी, हुण इहदी अगर आप पहचान की गल करिए तो यदि पहचान किस तरीके नाल हो जाती है। जो सिमेट्रिक मैट्रिक्स होंदी है उहदे विच तां आपां देखिया सी कि
कुछ एलीमेंट्स ने इक्वल होंगे ने, ठीक है। जिवें इत्थे मैं अगर गल करा तो ये दोनों जो वैल्यूज़ ने आपस दे विच इक्वल होणगियां, ठीक है। वाई दे नाल वाई इक्वल होएगा और जैड दे नाल जैड इक्वल होएगा। हुण बच जाती है जी गल किहदी, डायगनल एलीमेंट्स की। हुण डायगनल एलीमेंट्स कोई भी स्क्यू सिमेट्रिक मैट्रिक्स है उसके डायगनल एलीमेंट्स हमेशा के होंगे हैं, जीरो होंगे हैं। यह तुसी अपने माइंड दे विच फिक्स कर लो कि जो डायगनल एलीमेंट्स होंगे हैं किस मैट्रिक्स के, स्क्यू सिमेट्रिक मैट्रिक्स के, वो हमेशा की देखने को मिलणगे, जीरो ही देखने को मिलणगे। अगर तुहाडे कोल डायगनल एलीमेंट जीरो नहीं है तो इत्थों दूरों ही पता लग जाता है कि वह मैट्रिक्स स्क्यू सिमेट्रिक मैट्रिक्स तो नहीं होएगी। जो होर ऑप्शन के कोई होर मैट्रिक्स होएगी तो उसको आप चैक करांगे, ठीक है। तो इस तरीके आप क्वेश्चन ईजीली अटैम्प्ट कर सकते हैं। फॉर एग्जाम्पल तुहाडे कोल कोई क्वेश्चन आ जाता है, तुहानूं एक मैट्रिक्स दे देंगे ने, ठीक है, जिहदे डायगनल एलीमेंट्स की ने जीरो ने और नीचे सानूं 4 ऑप्शनस देतियां। फर्स्ट दे विच देता कि सिमेट्रिक मैट्रिक्स है, सैकेंड दे विच देता स्क्यू सिमेट्रिक है, थर्ड दे विच कोई भी हरमिशियन लगा लो, फोर्थ दे विच नन ऑफ दिस लगा लो, ठीक है। तो अपने को क्लीयर है सिमेट्रिक तो होएगी नहीं, ठीक है, हरमिशियन नहीं होएगी, स्क्यू सिमेट्रिक होएगी क्योंकि डायगनल एलीमेंट्स की ने जीरो ने। बस इस तरीके नाल आप क्वेश्चन चैक करना है और इस तरीके नाल बड़ी जल्दी आप सारे क्वेश्चनस को अटैम्प्ट भी करांगे, ठीक है। जो MCQ करांगे तो ज़्यादा वधिया तरीके नाल प्रैक्टिस होएगी। अगे अगर आप गल करिए ये एक होर चीज़ है, देखो क्योंकि मैंने कहा कि माइनस तो यह जो एक वैल्यू ये की होएगी नेगेटिव होएगी, ठीक है। चलो ये चीज़ तुसी समझ सकते हो क्योंकि मैंने ये की क्या सीगा, मैंने ये क्या सी कि जो AIJ है वो JAI दे माइनस दे इक्वल होएगा। दैट्स वाई इत्थे मैनूं एक सिंबल एक किसी भी एलीमेंट का जिहड़े कि आपस दे विच सेम ने उन्हां दे विचों किसी एक दे मूहरे मैनूं की लगाना पेगा, माइनस लगाना पेगा। ये एक जनरल जी फॉर्म हो जाती है, ठीक है। मैं अपने वालों नहीं लगा रही, यह जनरल फॉर्म है। नैक्सट अगर आप गल करिए यह चीज़ सीगी, हुण बहुत सारे बच्चों के मन से क्वेश्चन होएगा कि डायगनल एलीमेंट्स जीरो क्यों होंदे ने, ठीक है। डायगनल एलीमेंट जीरो होंदे ने वैसे तो अगर तुसी जस्ट अपना आप कह सकते हैं कि ज़्यादा स्ट्रोंगर नहीं है तो होंगे कई बार ज़्यादा कन्फ्यूजन लगती है तो तुसी जस्ट इन्ना क माइंड दे रख लो कि सिमेट्रिक स्क्यू सिमेट्रिक के होंगे डायगनल एलीमेंट जीरो होंगे हैं। अगर थोड़े माइंड के क्वेश्चन अराइज हो रहा है तो उसको सॉल्व करते हैं। देखो ये की चीज़ है इतने तुहाडे सामने है, मैं डायगनल एलीमेंट की गल कर रही हूँ और डायगनल एलीमेंट किहड़े होंगे हैं जिथे A और J आपस I और J आपस दे विच की होंगे हैं, इक्वल होंगे हैं। मतलब आ चीज़ आ गई। उम्मीद है तुम ये चीज़ समझ रहे होंगे कि मैंने AII क्यों लिया, क्योंकि मैं डायगनल एलीमेंट की गल कर रही हूँ और डायगनल एलीमेंट किदां दे होंगे अपने कोल A11 A22, ठीक है। मतलब I और J आपस दे विच की होंगे, इक्वल ही तो होंगे, ठीक है। तो मैं इस तो बाद की लिख सकती हाँ, यही इधर माइनस इधर कि किदा हो जाएगा जी, प्लस का हो जाएगा, इक्वल टू की आ जाएगा जीरो, ठीक है। मतलब मैं की कह सकती हाँ 2AII इक्वल टू जीरो। इतों मैं ईजीली प्रूव कर सकती हाँ कि AII मेरे को की होएगा जीरो। अगर मेरे को AII जीरो हो गया तो इसका मतलब की हो गया जिन्ने भी डायगनल एलीमेंट सीगे वो सारे की हो जाते हैं जीरो। A11 भी जीरो होएगा, A22 भी जीरो होएगा और A33 भी जीरो होएगा, ठीक है। तो उम्मीद है कॉन्सैप्ट थानू क्लीयर हो गया होगा चंगी तरह। और दोबारा दस रही हाँ सिमेट्रिक तो स्क्यू सिमेट्रिक सिर्फ स्क्वायर मैट्रिक्स के विच ही पॉसिबल है, ठीक है जी। हुण अगर गल करा तो इसका मतलब ये नहीं है अगर कोई सिमेट्रिक मैट्रिक्स है और उसके डायगनल एलीमेंट्स जीरो ने, ठीक है जी, सॉरी, अगर कोई मैट्रिक्स है उसके डायगनल एलीमेंट जीरो ने और बाकी एलीमेंट्स मैनू नहीं पता की ने, तो यह जरूरी नहीं है कि वह स्क्यू सिमेट्रिक होएगी ही होएगी। इस चीज़ को अपने माइंड के विच बिठा लो। यह क्वेश्चन के उपर डिपेंड करता है। कई बार की होंगे डायगनल कन्फ्यूज करने नहीं सिर्फ डायगनल एलीमेंट जीरो दिते होंगे हैं, आप ट्रांसपोज करके नहीं देखते और स्क्यू सिमेट्रिक तो ऑप्शन लगा देने हैं, जबकि होर भी ऑप्शनस पईयां होंदियां उन्होंने चैक ही नहीं किया जाता अपने वालों, क्योंकि आप जल्दी दे विच स्क्यू सिमेट्रिक लगा देने जस्ट ये देख के कि डायगनल एलीमेंट जीरो ने। इदां दी गलती नहीं करनी। डायगनल एलीमेंट जीरो होण इहदा मतलब ये नहीं कि स्क्यू सिमेट्रिक होएगा ही होएगा। फॉर एग्जाम्पल मैं इत्थे एक मैट्रिक्स लै लैनी है, कोई भी एक मैट्रिक्स तुसीं लै सकते हो। मैं इत्थे अपने वालों एक मैट्रिक्स लै रही हाँ। हुण तुसीं इस मैट्रिक्स का खुद ट्रांसपोज करके देखो कि वापस वही मैट्रिक्स आ रही है, वो भी माइनस के साइन दे विच, ठीक है। दोबारा देखो आप इसका ट्रांसपोज खुद ही कर लें। जिवें फॉर एग्जाम्पल मैंने इत्थे एक मैट्रिक्स ली सी 0 6 5, ठीक है जी, 1 0 2 2 5 0। हुण इत्थे एक चीज़ तो क्लीयर है कि मेरे को डायगनल एलीमेंट जीरो ने और ऑप्शन भी मैंने 4 गिवन ने, ठीक है, जिहदे विच एक किते ना किते की है स्क्यू सिमेट्रिक है। इत्थे तुसीं जल्दबाजी नहीं करनी, ठीक है। थोड़ा जिहा एक बारी मैट्रिक्स वाल भी निगाह मारो। मैट्रिक्स में देख के वैसे तो साफ पता लग रहा है कि जो मैं ट्रांसपोज करूँगी तो शायद मैंने सेम मैट्रिक्स नहीं मिलूगी।
ना ही मैनू माइनस दे विच मिलूगी, ठीक है, क्योंकि ये विच जो ये वाले एलीमेंट्स ने ना ये आपस दे विच इक्वल नहीं हैगे, ठीक है जी। ये वाले जो एलीमेंट्स ने ये आपस दे विच इक्वल नहीं हैगे। चलो फिर भी एक बार ट्रांसपोज करके देखते हैं। यही कारण है कि मैं तुहानूं दस्सिया कि किस तरीके की जनरल फॉर्म हुंदी है, उसनूं थोड़ा जिहा अपने माइंड दे विच रखियो, ठीक है। हुण अगर आप गल करिए इसनूं जदों मैं सॉल्व करदी हाँ तो इसका ट्रांसपोज करांगे तो पहली जो कॉलम है वो की पहली जो रो है वो की बन जाएगी कॉलम, सैकेंड जो रो है वो की बन जाएगी सैकेंड कॉलम, और थर्ड जो रो है वो की बन जाएगी थर्ड कॉलम। हुण तुसीं देख रहे हो कि यह पहली गल तो मेरे को सेम मैट्रिक्स ही नहीं बनी, नैगेटिव दे विच आना तो बहुत दूर की गल है, मेरे को दोबारा ए ही नहीं बनया। जो सेम मैट्रिक्स ही नहीं बनी तो की यह स्क्यू सिमेट्रिक है? नहीं। तो इत्थे मैं की कहना चाहनी हाँ, अगर कोई मैट्रिक्स स्क्यू सिमेट्रिक है तो वो डायगनल एलीमेंट 0 होंगे, 100% होंगे। बट अगर किसी भी मैट्रिक्स के डायगनल एलीमेंट 0 ने तो इसका मतलब ये नहीं हैगा कि वो स्क्यू सिमेट्रिक हैगी है। दोनों च फर्क समझ रहे हो मैं की बोल रही हाँ? कन्वर्स जो है वो ट्रू नहीं है, ठीक है। तो तुसीं इत्थे साफ नोट कर सकते हो कि जो स्क्यू सिमेट्रिक मैट्रिक्स है वो डायगनल एलीमेंट 0 होंगे, बट अगर किसी मैट्रिक्स के डायगनल एलीमेंट 0 ने तो जरूरी नहीं हो स्क्यू सिमेट्रिक हो भी सकती है, नहीं भी हो सकती है, डिपेंड करता है मैट्रिक्स के उपर, ठीक है जी। तो ये कुछ चीज़ां से जो दसनियां जरूरी सीगियां। उस तो बाद अगर आप गल करिए सिमेट्रिक भी क्लीयर हो गया होगा तुहाडा ते स्क्यू सिमेट्रिक भी, ठीक है, की चीज़ होंदी है दोनों तुहानूं समझ आ गया होगा। अगे अगे करांगे चंगी तरह क्लीयर होगा। जो आप प्रॉपर्टीज़ हुण करांगे तो बहुत चंगी तरह तुहानूं सारियां चीज़ां ने जो क्लीयर हो जाणगियां। तो सब तो पहले आप प्रॉपर्टीज़ देखते हैं किहड़ी प्रॉपर्टीज़ आप इहदे विच करांगे, ठीक है जी। तो प्रॉपर्टीज़ करते हैं। हुण देखो सिमेट्रिक तो स्क्यू सिमेट्रिक मैट्रिक्स दी बहुत सारिया जो प्रॉपर्टीज़ होंदियां ने जो कि किते ना किते अपने माइंड दे विच होणियां चाहिए ने, ठीक है, वो देखते हैं। हुण जिहड़ी मैट्रिक्स हुंदी है आप कोई भी एक मैट्रिक्स ले लो, ठीक है, उन्होंने आप दोनों फॉर्म्स दे विच लिख सकते हैं। आप कह सकते हैं कि अ मैट्रिक्स कैन बी रिटन एज एवरी मैट्रिक्स कैन बी रिटन एज सिमेट्रिक एंड स्क्यू सिमेट्रिक, उन्होंने आप सम दे विच लिख सकते हैं, ठीक है। हुण अगर मेरे को कोई ए मैट्रिक्स है उसनों मैं इस तरीके नाल लिख सकती हाँ ए प्लस ए ट्रांसपोज प्लस 1/2 ए माइनस ए ट्रांसपोज। तो इस तरीके नाल मैं किसी भी मैट्रिक्स नूं की कर सकती हाँ जी, लिख सकती हाँ। उम्मीद है तुहानूं ये चीज़ पहला तो ही क्लीयर होएगी, अगर नहीं तो आपां हुण डिटेल दे विच करन लगे हाँ, ठीक है। देखो जो ये मैट्रिक्स हुंदी है ए मैट्रिक्स, पहली गल तो देखो इसनूं मैं किवें कीता है, मेरे कोल की सीगी ए मैट्रिक्स सीगी, ठीक है, 1 मैट्रिक्स तुसीं एक मैट्रिक्स में मूरे 1 लगा लवां की फर्क पैंदा है, ठीक है। मैं इसनूं किवें लिख सकती हाँ 1/2 ए प्लस 1/2 ए मैट्रिक्स लिख सकती हाँ। उम्मीद है ये चीज़ क्लीयर होएगी, क्योंकि जो मैं इन्होंने दोनों का ऐड करूँगी तो मेरे को 1 ए तो आएगा, दोबारा ए मैट्रिक्स आ जाऊगी, कोई फर्क नहीं पैन लगा, ठीक है। फॉर एग्जाम्पल मैं 10 नूं की लिख रही हाँ 5 + 5 2 हाफ दे विच लिखता, कोई फर्क पै रहा, एडिशन करके दोबारा 10 ही तो आ रहा है, ठीक है जी। हुण इहदे विच मैं की करा, ए दा ट्रांसपोज ही इस मैट्रिक्स दे विच ए दा ट्रांसपोज मैं ऐड भी करदा और ए दा ट्रांसपोज मैं माइनस भी करदा। हुण तुसीं इस नूं जेकर सोल्व करोगे, ठीक है, तो मैं देख रही हूँ कि सोल्व करन तो बाद की होएगा, ये दोनों आपस में कैंसल हो जाएंगे, इन्होंने दोनों का ऐड करूँगी और वापस मेरे को वही मैट्रिक्स बन जूगी जितों मैंने इन्हों सोल्व करना शुरू किया। तो ये चीज़ उम्मीद है क्लीयर है तुहानूं, ठीक है जी। हुण अगर मैं इन एक पोर्शन ये कंबाइन करके लिख रही हाँ, सॉरी इत्थे आप 1/2 लैके चलांगे, 1 मिनट। तो इत्थे आप की करांगे, आप जो ट्रांसपोज ऐड करांगे वो अपने को हाफ दे विच होएगा, ठीक है जी। हाफ दे विच इंटू ए दा ट्रांसपोज आप ऐड करता और हाफ दे विच ए दा ट्रांसपोज जो सीगा वो माइनस करता। हुण मैंने की किया फर्स्ट टर्म लई और ए वाली टर्म लई प्लस उवें मैंने सैकेंड और लास्ट लई। आ चीज़ क्लीयर हो गई होएगी तुहानूं, ठीक है। मैंने कुछ भी नहीं ये ज़्यादा किया। फिर मैंने की किया फस्ट 2 टर्म्स के विचों मैंने 1/2 कॉमन निकाल लिया, तो मेरे को की बन जाता है 1/2 ए प्लस ए ट्रांसपोज, ठीक है जी। और अगलियां 2 के विचों भी मैं 1/2 कॉमन निकाल लेनी है, तो मेरे को की बन जाता है 1/2 ए माइनस ए ट्रांसपोज। तो मैं एक मैट्रिक्स नूं इस फॉर्म के विच बड़ी ईजीली लिख सकती हाँ, क्लीयर। तो ए मैट्रिक्स नूं मैं इदां लिख सकती हाँ। हुण इदां आपां क्यों लिख रहे हैं, देखो मेरी गल ये आप यही कह सकते हैं कि जो ये पोर्शन है, ये जो मैट्रिक्स है ये सिमेट्रिक मैट्रिक्स है, ठीक है। और इस पोर्शन जो तुम सॉल्व करोगे तो फाइंड करोगे कि यह स्क्यू सिमेट्रिक है।
ਆਪਾਂ ਹੁਣ ਪ੍ਰੂਫ ਕਰਕੇ ਇਹ ਵੀ ਦੇਖਾਂਗੇ ਕਿ ਇਹ ਸਿਮੈਟ੍ਰਿਕ ਹੈ ਜਾਂ ਨਹੀਂ, ਉਹ ਸਕਿਊ ਸਿਮੈਟ੍ਰਿਕ ਹੈ ਜਾਂ ਨਹੀਂ। ਠੀਕ ਹੈ ਜੀ, ਤਾਂ ਈਜ਼ੀਲੀ ਮੈਂ ਕਹਿ ਸਕਦੀ ਹਾਂ ਕਿ ਜੋ ਇੱਕ ਮੈਟ੍ਰਿਕਸ ਹੈ ਉਸਨੂੰ ਮੈਂ ਸਿਮੈਟ੍ਰਿਕ ਤੇ ਸਕਿਊ ਸਿਮੈਟ੍ਰਿਕ ਦੀ ਫਾਰਮ ਦੇ ਵਿੱਚ ਲਿਖ ਸਕਦੀ ਹਾਂ। ਦਿਸ ਇਜ਼ ਸਿਮੈਟ੍ਰਿਕ ਪਾਰਟ ਐਂਡ ਦਿਸ ਇਜ਼ ਸਕਿਊ ਸਿਮੈਟ੍ਰਿਕ ਪਾਰਟ। ਠੀਕ ਹੈ, ਹੁਣ ਇਹ ਸਿਮੈਟ੍ਰਿਕ ਹੈ ਕਿ ਨਹੀਂ ਇਹ ਵੀ ਚੈੱਕ ਕਰਨਾ ਜ਼ਰੂਰੀ ਹੈ। ਫॉर एग्जांपल a+a ਦਾ ਟਰਾਂਸਪੋਜ਼ ਹੈ, ਇਹ ਸਿਮੈਟ੍ਰਿਕ ਹੈ ਕਿ ਨਹੀਂ। ਅਗਰ ਇਹ ਸਿਮੈਟ੍ਰਿਕ ਕਿਵੇਂ ਹੋਏਗਾ, ਜੇ ਮੈਂ ਇਸ ਦਾ ਟਰਾਂਸਪੋਜ਼ ਕਰਦਾ ਔਰ ਵਾਪਸ ਇਹੀ ਚੀਜ਼ ਆ ਜਾਵੇ ਤਾਂ ਮੇਰੇ ਕੋਲ ਕੀ ਬਣ ਜਾਏਗੀ, ਸਿਮੈਟ੍ਰਿਕ ਬਣ ਜਾਏਗੀ। ਠੀਕ ਹੈ, ਹੁਣ ਜਦੋਂ ਮੈਂ ਇਹਦਾ ਟਰਾਂਸਪੋਜ਼ ਕਰ ਰਹੀ ਹਾਂ ਤਾਂ ਇਹਦਾ ਕੀ ਬਣ ਜਾਏਗਾ, a ਦਾ ਟਰਾਂਸਪੋਜ਼ ਪਲੱਸ a ਦੇ ਟਰਾਂਸਪੋਜ਼ ਦਾ ਟਰਾਂਸਪੋਜ਼। ਠੀਕ ਹੈ ਜੀ, ਤਾਂ ਮੇਰੇ ਕੋਲ ਕੀ ਆ ਜਾਏਗਾ, a ਦਾ ਟਰਾਂਸਪੋਜ਼ ਪਲੱਸ a ਦੇ ਟਰਾਂਸਪੋਜ਼ ਦਾ ਟਰਾਂਸਪੋਜ਼ ਕਰੋਗੇ ਆਪਾਂ ਪ੍ਰੋਪਰਟੀਜ਼ ਦੇ ਵਿੱਚ ਕੀਤਾ ਸੀ ਟਰਾਂਸਪੋਜ਼ ਦੀਆਂ, ਉਹ ਵਾਪਸ ਕੀ ਆ ਜਾਏਗਾ, a ਆ ਜਾਏਗਾ। ਔਰ ਆਪਾਂ ਇਹ ਵੀ ਪੜ੍ਹ ਕੇ ਆਏ ਕਿ ਜੋ ਐਡੀਸ਼ਨ ਹੁੰਦਾ ਇਹਨੂੰ ਮੈਂ ਇਸ ਤਰੀਕੇ ਨਾਲ ਵੀ ਲਿਖ ਸਕਦੀ ਹਾਂ, ਕੋਈ ਫਰਕ ਨਹੀਂ ਪੈਂਦਾ। ਕਿਉਂ ਨਹੀਂ ਪੈਂਦਾ, ਕਿਉਂਕਿ ਇਹ ਕੀ ਹੁੰਦਾ, ਕਮਿਊਟੇਟਿਵ ਹੁੰਦਾ। ਆਪਾਂ ਇਹ ਵੀ ਬਹੁਤ ਡਿਟੇਲ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਠੀਕ ਹੈ, ਮੈंने देखो इस चीज़ का ट्रांसपोज लिया और वापस मेरे को ਉਹੀ आ गया, तो मतलब की हो गया, एक ही हो गया, सिमेट्रिक हो गया ना इन्ना पोर्शन। सिमिलरली तुम इसनों की कह सकते हो, प्रूफ कर सकते हो बड़ी ईजीली कि यह की होएगा, स्क्यू सिमेट्रिक होएगा। ठीक है, तो मेरे कहने का मतलब बस इन्ना कह कि कोई भी एक मैट्रिक्स है उसनों मैं सम ऑफ सिमेट्रिक ਤੇ ਸਕਿਊ ਸਿਮੈਟ੍ਰਿਕ ਦੇ ਵਿੱਚ ਲਿਖ ਸਕਦੀ ਹਾਂ। ਔਰ ਸਿਮੈਟ੍ਰਿਕ ਦੇ ਵਿੱਚ ਤੇ ਸਕਿਊ ਸਿਮੈਟ੍ਰਿਕ ਦੇ ਵਿੱਚ ਆਪਾਂ ਕਿਵੇਂ ਲਿਖਾਂਗੇ, 1/2 ਉਹੀ ਮੈਟ੍ਰਿਕਸ ਪਲੱਸ ਉਸ ਦਾ ਟਰਾਂਸਪੋਜ਼ ਪਲੱਸ 1/2 ਉਹੀ ਮੈਟ੍ਰਿਕਸ ਮਾਈਨਸ ਉਸ ਦਾ ਟਰਾਂਸਪੋਜ਼। ਠੀਕ ਹੈ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ, ਜੇਕਰ ਤੁਹਾਨੂੰ ਜੋ ਵੀ ਮੈंने ਐਕਸਪਲੇਨ ਕੀਤਾ ਉਹ ਸਮਝ ਆ ਗਿਆ ਤਾਂ ਬਹੁਤ ਚੰਗੀ ਗੱਲ ਹੈ। ਅਗਰ ਤੁਹਾਨੂੰ ਲੱਗ ਰਿਹਾ ਕਿ ਥੋੜ੍ਹਾ ਬਹੁਤ ਤੁਸੀਂ ਜਸਟ ਇੰਨੀ ਕੁ ਚੀਜ਼ ਵੀ ਆਪਣੇ ਮਾਈਂਡ 'ਚ ਰੱਖ ਸਕਦੇ ਹੋ। ਠੀਕ ਹੈ, ਕੋਈ ਦਿੱਕਤ ਨਹੀਂ ਹੈ, ਕਿਉਂਕਿ ਆਪਾਂ ਨੇ ਕੀ ਕਰਨਾ ਹੈ, ਐਗਜ਼ਾਮ ਕਲੀਅਰ ਕਰਨਾ ਹੈ। ਪੂਰਾ ਉੱਥੇ ਸੋਲਵ ਕਰਨ ਨੂੰ ਨਹੀਂ ਕਹਿਣਗੇ ਆਪਾਂ ਨੂੰ। ਜੋ ਚੀਜ਼ਾਂ ਇੱਦਾਂ ਲੱਗਦਾ ਕਿ ਕੋਈ ਚੀਜ਼ ਆਪਾਂ ਨੂੰ ਪੂਰਾ ਕਨਸੈਪਟ ਕਲੀਅਰ ਨਹੀਂ ਹੋ ਪਾ ਰਿਹਾ ਤਾਂ ਤੁਸੀਂ ਉਹ ਕੀ ਕਰ ਸਕਦੇ ਹੋ, ਜਸਟ ਰਿਜ਼ਲਟ ਨੂੰ ਆਪਣੇ ਮਾਈਂਡ ਦੇ ਵਿੱਚ ਬਿਠਾ ਲਓ। ਠੀਕ ਹੈ, ਐਗਜ਼ਾਮ ਕਿਉਂਕਿ ਆਪਾਂ ਕਰੈਕ ਕਰਨਾ ਹੈ, ਉੱਥੇ ਆਪਾਂ ਨੂੰ 1 ਮਿੰਟ ਦੇ ਵਿੱਚ ਇੰਨਾ ਸੋਲਵ ਕਰਨ ਨੂੰ ਨਹੀਂ ਮਿਲੇਗਾ। ਜਸਟ ਇੰਨੀ ਕੁ ਚੀਜ਼ ਆਪਣੇ ਕੀ ਆਏਗੀ, ਕੰਮ ਆਏਗੀ। ਠੀਕ ਹੈ, ਬਟ ਜੇਕਰ ਤੁਸੀਂ ਸਮਝ ਪਾ ਰਹੇ ਹੋ ਕਿ ਆਪਾਂ ਕੀ ਕੀਤਾ ਹੈ, ਪ੍ਰੋਪਰਲੀ ਟਰਾਂਸਪੋਜ਼ ਕਿਵੇਂ ਕੀਤਾ ਹੈ ਜਾਂ ਫਿਰ ਸਿਮੈਟ੍ਰਿਕ ਜਾਂ ਸਕਿਊ ਸਿਮੈਟ੍ਰਿਕ ਕਿੱਦਾਂ ਪ੍ਰੂਫ ਕੀਤਾ ਹੈ, ਤਾਂ ਉਸ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ। ਠੀਕ ਹੈ ਜੀ, ਤਾਂ ਇਹ ਆਪਾਂ ਪ੍ਰੋਪਰਟੀਜ਼ ਦੇ ਵਿੱਚ ਕਰ ਰਹੇ ਸੀ, ਜਿਹਦੇ ਵਿੱਚ ਸਭ ਤੋਂ ਪਹਿਲੇ ਪ੍ਰੋਪਰਟੀ ਸੀ ਐਵਰੀ ਮੈਟ੍ਰਿਕਸ ਕੈਨ ਬੀ ਰਿਟਨ ਐਜ਼ ਸਮ ਆਫ ਸਿਮੈਟ੍ਰਿਕ ਐਂਡ ਸਕਿਊ ਸਿਮੈਟ੍ਰਿਕ। ਹੁਣ ਸਕਿਊ ਸਿਮੈਟ੍ਰਿਕ ਵੀ ਪ੍ਰੂਫ ਕਰ ਲੈਂਦੇ ਹਾਂ। ਸਕਿਊ ਸਿਮੈਟ੍ਰਿਕ ਮੈਟ੍ਰਿਕਸ ਕਿੱਦਾਂ ਹੁੰਦੀ ਹੈ, ਫॉर एग्जांपल ਇੱਥੇ ਨੋਟ ਐਗਜ਼ਾਮਪਲ ਆਪਾਂ ਇੱਥੇ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਸੈਕਿੰਡ ਪਾਰਟ ਲੈ ਕੇ ਚੱਲਦੇ ਹਾਂ। ਹੁਣ ਇਹਦਾ ਜਦੋਂ ਮੈਂ ਟਰਾਂਸਪੋਜ਼ ਕਰੂੰਗੀ ਤਾਂ ਮੇਰੇ ਕੋਲ ਇਹਦੇ ਨੈਗੇਟਿਵ ਦੇ ਇਕੁਅਲ ਆਉਣਾ ਚਾਹੀਦਾ। ਹੁਣ ਇਸਦੇ ਨੈਗੇਟਿਵ ਦੇ ਇਕੁਅਲ ਕਿਵੇਂ ਆਏਗਾ, ਦੇਖੋ ਮੈਂ ਟਰਾਂਸਪੋਜ਼ ਨੂੰ ਜਦੋਂ ਖੋਲੂੰਗੀ ਤਾਂ ਕੀ ਬਣੇਗਾ, ਇਹਦਾ ਟਰਾਂਸਪੋਜ਼ ਇਹਦੇ ਟਰਾਂਸਪੋਜ਼ ਦਾ ਟਰਾਂਸਪੋਜ਼, ਇਹ ਚੀਜ਼ ਬਣੇਗੀ ਜੀ ਆਪਣੇ ਕੋਲੇ। ਠੀਕ ਹੈ, ਹੁਣ ਇਹਦਾ ਟਰਾਂਸਪੋਜ਼ ਤਾਂ ਮੇਰੇ ਕੋਲ ਇੱਦਾਂ ਹੀ ਆ ਜਾਏਗਾ, ਮਾਈਨਸ ਟਰਾਂਸਪੋਜ਼ ਦਾ ਟਰਾਂਸਪੋਜ਼ ਕਰੂੰਗੀ ਕਿੰਨਾ ਆ ਜਾਏਗਾ, ਠੀਕ ਹੈ। ਹੁਣ ਜੇ ਮੈਂ ਚਾਹਾਂ ਤਾਂ ਇਹਦੇ ਵਿੱਚੋਂ ਮਾਈਨਸ ਕਾਮਨ ਨਿਕਾਲ ਸਕਦੀ ਹਾਂ। ਮਾਈਨਸ ਕਾਮਨ ਨਿਕਾਲ ਕੇ ਮੇਰੇ ਕੋਲ ਉਹੀ ਚੀਜ਼ ਬਣ ਗਈ। ਦੇਖੋ ਕੀ ਕੀਤਾ ਸੀਗਾ ਆਪਾਂ, ਇਹਦੇ ਵਿੱਚੋਂ ਇਹਦਾ ਟਰਾਂਸਪੋਜ਼ ਕੀਤਾ, ਉਹੀ ਚੀਜ਼ ਆ ਗਈ, ਬਟ ਕਿਹਦੇ ਵਿੱਚ ਆ ਗਈ, ਨੈਗੇਟਿਵ ਦੇ ਵਿੱਚ ਆ ਗਈ। ਤਾਂ ਮਤਲਬ ਜੋ ਇਹ ਵਾਲਾ ਪੋਰਸ਼ਨ ਹੈ ਇਹ ਕੀ ਬਣ ਗਿਆ, ਸਕਿਊ ਸਿਮੈਟ੍ਰਿਕ ਬਣ ਗਿਆ। ਤਾਂ ਇਹ ਕੈਨ ਬੀ ਰਿਟਨ ਐਜ਼ ਸਿਮੈਟ੍ਰਿਕ ਪਲੱਸ ਸਕਿਊ ਸਿਮੈਟ੍ਰਿਕ। ਤਾਂ ਆਹੀ ਚੀਜ਼ ਸੀ। ਠੀਕ ਹੈ, ਨੈਕਸਟ ਅਗਰ ਆਪਾਂ ਗੱਲ ਕਰੀਏ ਕੁਝ ਹੋਰ ਪ੍ਰੋਪਰਟੀਜ਼ ਨੇ, ਉਹਨਾਂ ਨੂੰ ਦੇਖ ਲੈਂਦੇ ਹਾਂ, ਜਿਹਨੂੰ ਆਪਾਂ ਸੈਕਿੰਡ ਪ੍ਰੋਪਰਟੀ ਕਹਿ ਰਹੇ ਹਾਂ। ਦੇਖੋ ਸੈਕਿੰਡ ਪ੍ਰੋਪਰਟੀ ਦਾ ਮਤਲਬ ਕੀ ਹੈ, फर्स्ट क्लीयर होगी, इंपॉर्टेंट सी, बहुत ही इंपॉर्टेंट सी, बहुत क्वेश्चन बनते हैं सिमैट्रिक ते स्क्यू सिमैट्रिक तो। ठीक है, तो चंगी तरह इसनों क्लीयर कर लो। हुण अगर मैं गल करा, लैट कर लो कि ये मेरे को कोई भी एक सिमैट्रिक मैट्रिक्स है। ठीक है, सिमैट्रिक मैट्रिक्स का मतलब की हो गया कि जो मैं ए दा ट्रांसपोज करती हाँ तो मेरे को वापस की आ जाती है, ए आ जाती है। ठीक है, ट्रांसपोज तुसीं टी नाल भी लिख सकते हो या फिर इस तरीके नाल भी लिख सकते हो, कोई फर्क नहीं पैंदा। हुण अगर मैं गल करा, मैं दस रही सी कि लैट कर लैंदे आ कि ए मेरे को की है, कोई भी सिमैट्रिक मैट्रिक्स है, दैन ए प्लस ए ट्रांसपोज। ठीक है जी, 1 मिनट, ए प्लस ए ट्रांसपोज, ए मल्टीप्लाई ए ट्रांसपोज। ठीक है जी, ए ट्रांसपोज तो ए दी मल्टीप्लाई। ठीक है, ये सारे की होंगे सिमैट्रिक होंगे, ये तीनों चीज़ां आपां की देखांगे सिमैट्रिक होंगियां। और ए माइनस ए ट्रांसपोज की होएगा, स्क्यू सिमैट्रिक होएगा। ठीक है, जे मेरे को ए कोई भी सिमैट्रिक मैट्रिक्स है तो यह तीनों चीज़ां माइंड दे विच बिठा लो। ठीक है, उत्थे क्वेश्चन आ जाता, सॉल्व करने का टाइम नहीं है, बट तुहानूं पता है कि दोनों की प्रोडक्ट, ठीक है, दोनों का एडिशन की हुंदा सिमैट्रिक हुंदा और सबट्रैक्शन की हुंदा स्क्यू सिमैट्रिक हुंदा। हुण देखो जिहड़ियां ए वाले दो चीज़ां ने, ए प्लस ए ट्रांसपोज ते ए माइनस ए ट्रांसपोज, ये आपां हुणी तो प्रूफ करके हटे।
ਇਹ ਆਪਾਂ ਹੁਣੀ ਤਾਂ ਪ੍ਰੂਫ ਕੀਤਾ ਹੈ ਨਾ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਮਲਟੀਪਲਾਈ ਵਾਲਾ ਸੋਲਵ ਕਰ ਲੈਂਦੇ ਹਾਂ। ਆਪਾਂ ਮਲਟੀਪਲਾਈ ਵਾਲਾ ਪ੍ਰੂਫ ਕਰਕੇ ਦੇਖਦੇ ਹਾਂ। ਹੁਣ ਜਿਵੇਂ A ਇੰਟੂ A ਟਰਾਂਸਪੋਜ਼, ਠੀਕ ਹੈ, ਇਹਨੂੰ ਮੈਨੇ ਸਿਮੈਟ੍ਰਿਕ ਪ੍ਰੂਫ ਕਰਨਾ ਹੈ। ਇਹੀ ਕਿਹਾ ਸੀ ਨਾ ਮੈਨੇ ਪਿੱਛੇ ਕਿ ਇਹ ਕੀ ਹੋਏਗਾ, ਸੌਰੀ ਇਹ ਕੀ ਹੋਏਗਾ, ਸਿਮੈਟ੍ਰਿਕ ਹੋਏਗਾ। ਠੀਕ ਹੈ ਜੀ, ਇਹ ਚੀਜ਼ ਕਹੀ ਸੀ ਮੈਨੇ ਕਿ ਇਹ ਕੀ ਹੈਗਾ, ਸਿਮੈਟ੍ਰਿਕ ਹੈ। ਅਗਰ ਇਸ ਨੂੰ ਸਿਮੈਟ੍ਰਿਕ ਪ੍ਰੂਫ ਕਰਨਾ ਹੈ ਤਾਂ ਇਸ ਦਾ ਟਰਾਂਸਪੋਜ਼ ਲੈ ਲਓ। ਜਦੋਂ ਇਸ ਦਾ ਟਰਾਂਸਪੋਜ਼ ਲਵਾਂਗੇ ਤਾਂ ਹੁਣ ਮੈਨੇ ਦੱਸਿਆ ਸੀ ਕਿ ਮਲਟੀਪਲਾਈ ਦੇ ਵਿੱਚ ਕੀ ਹੁੰਦਾ, ਟਰਾਂਸਪੋਜ਼ ਕਿਸ ਤਰੀਕੇ ਨਾਲ ਨਿਕਲਦਾ। ਤਾਂ ਸਭ ਤੋਂ ਪਹਿਲਾਂ ਸੈਕਿੰਡ ਵਾਲਾ ਆਏਗਾ, ਸਭ ਤੋਂ ਪਹਿਲਾਂ ਇਹ ਚੀਜ਼ ਆਏਗੀ A ਦੇ ਟਰਾਂਸਪੋਜ਼ ਦਾ ਟਰਾਂਸਪੋਜ਼, ਫਿਰ ਫਸਟ ਵਨ ਆਏਗਾ। ਇਹ ਚੀਜ਼ ਆਪਾਂ ਕਰ ਚੁੱਕੇ ਹਾਂ। ਜੇਕਰ ਤੁਸੀਂ ਨਹੀਂ ਕੀਤਾ ਤਾਂ ਪ੍ਰੀਵੀਅਸ ਵੀਡੀਓ ਨੂੰ ਚੈੱਕ ਕਰੋ, ਡਿਟੇਲ ਦੇ ਵਿੱਚ ਪੜ੍ਹਿਆ ਹੋਇਆ ਹੈ ਕਿ ਜਦੋਂ ਆਪਾਂ A B ਦਾ ਟਰਾਂਸਪੋਜ਼ ਖੋਲਦੇ ਹਾਂ ਤਾਂ ਆਪਣੇ ਕੋਲ ਕੀ ਆਉਂਦਾ ਹੈ, B ਟਰਾਂਸਪੋਜ਼ ਇੰਟੂ A ਟਰਾਂਸਪੋਜ਼। ਸੈਕਿੰਡ ਐਲੀਮੈਂਟ ਪਹਿਲਾਂ ਆਏਗਾ, ਫਸਟ ਮੈਟ੍ਰਿਕਸ ਬਾਅਦ ਵਿੱਚ ਆਏਗੀ। ਠੀਕ ਹੈ ਜੀ, ਹੁਣ ਇਹਦੇ ਵਿੱਚ ਜਦੋਂ ਆਪਾਂ ਕਰਾਂਗੇ, ਸੌਰੀ A ਦੇ ਉੱਪਰ ਟਰਾਂਸਪੋਜ਼ ਲੱਗੇਗਾ, ਇਸ ਨੂੰ ਜਦੋਂ ਤੁਸੀਂ ਕਰੋਗੇ A ਦੇ ਟਰਾਂਸਪੋਜ਼ ਦਾ ਟਰਾਂਸਪੋਜ਼ ਕਿੰਨਾ ਹੋ ਜਾਏਗਾ, A ਇੰਟੂ A ਦਾ ਟਰਾਂਸਪੋਜ਼। ਦੇਖੋ ਮੈਂ ਇਸ ਚੀਜ਼ ਦਾ ਟਰਾਂਸਪੋਜ਼ ਲੈ ਕੇ ਚੱਲੀ ਸੀ ਔਰ ਮੇਰੇ ਕੋਲ ਵਾਪਸ ਉਹੀ ਆਂਸਰ ਆ ਗਿਆ। ਦੈਟਸ ਮੀਨ ਇਹ ਕਿਹੜੀ ਮੈਟ੍ਰਿਕਸ ਹੋਗੀ, ਸਿਮੈਟ੍ਰਿਕ ਮੈਟ੍ਰਿਕਸ ਹੋਗੀ। ਕਲੀਅਰ? ਤਾਂ ਉਮੀਦ ਹੈ ਇਹ ਚੀਜ਼ ਤੁਹਾਨੂੰ ਕਲੀਅਰ ਹੋ ਗਈ ਹੋਏਗੀ। ਦੁਬਾਰਾ ਦੱਸ ਰਹੀ ਹਾਂ, ਇੱਕ ਵਾਰੀ ਦੁਬਾਰਾ ਦੇਖ ਲਓ ਕਿ ਇਹਦੇ ਵਿੱਚ ਮੈंने ਸੈਕਿੰਡ ਪ੍ਰੋਪਰਟੀ ਦੇ ਵਿੱਚ ਕੀ ਦੱਸਿਆ ਕਿ ਅਗਰ ਮੇਰੇ ਕੋਲ A ਕੋਈ ਵੀ ਸਿਮੈਟ੍ਰਿਕ ਮੈਟ੍ਰਿਕਸ ਹੈ ਦੈਨ A ਪਲਸ A ਟਰਾਂਸਪੋਜ਼, A ਮਲਟੀਪਲਾਈ A ਟਰਾਂਸਪੋਜ਼ ਔਰ A ਟਰਾਂਸਪੋਜ਼ ਤੇ A, ਇਹ ਤਿੰਨੋਂ ਵੀ ਕੀ ਹੋਣਗੇ ਜੀ, ਸਿਮੈਟ੍ਰਿਕ ਹੋਣਗੇ। ਔਰ ਸਕਿਊ ਸਿਮੈਟ੍ਰਿਕ ਕੀ ਹੋਏਗਾ, ਸਕਿਊ ਸਿਮੈਟ੍ਰਿਕ ਹੋਏਗਾ A ਮਾਈਨਸ A ਟਰਾਂਸਪੋਜ਼। ਠੀਕ ਹੈ ਜੀ, ਸਕਿਊ ਸਿਮੈਟ੍ਰਿਕ ਕੀ ਹੋਏਗਾ, A ਮਾਈਨਸ A ਟਰਾਂਸਪੋਜ਼। ਇਹ ਮੇਰੇ ਕੋਲ ਕੀ ਹੋਏਗਾ, ਸਕਿਊ ਸਿਮੈਟ੍ਰਿਕ ਹੋਏਗਾ। ਠੀਕ ਹੈ, ਔਰ ਸਾਰੇ ਪ੍ਰੂਫ ਮੈਂ ਤੁਹਾਨੂੰ ਕਰਕੇ ਦਿਖਾਏ ਨੇ ਕਿ ਕਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਸਿਮੈਟ੍ਰਿਕ ਜਾਂ ਸਕਿਊ ਸਿਮੈਟ੍ਰਿਕ ਪ੍ਰੂਫ ਕੀਤਾ ਹੈ। ਨੈਕਸਟ ਅਗਰ ਗੱਲ ਕਰੀਏ ਤਾਂ ਥਰਡ ਪ੍ਰੋਪਰਟੀ ਤੇ ਆ ਜਾਂਦੇ ਹਾਂ। ਹੁਣ ਥਰਡ ਪ੍ਰੋਪਰਟੀ ਕੀ ਹੈ ਕਿ ਲੈਟ ਕਰ ਲਓ ਇਹ ਮੇਰੇ ਕੋਲ ਕੀ ਹੈ, ਸਿਮੈਟ੍ਰਿਕ ਮੈਟ੍ਰਿਕਸ ਹੈ। ਉਹੀ ਚੀਜ਼ ਆ ਗਈ ਕਿ A ਮੇਰੇ ਕੋਲ ਕੀ ਹੈ, ਸਿਮੈਟ੍ਰਿਕ ਮੈਟ੍ਰਿਕਸ ਹੈ। ਸਿਮੈਟ੍ਰਿਕ ਮੈਟ੍ਰਿਕਸ ਦਾ ਮਤਲਬ ਮੈंने ਉਹਦਾ ਟਰਾਂਸਪੋਜ਼ ਕੀਤਾ ਔਰ ਵਾਪਸ ਮੇਰੇ ਕੋਲ A ਆ ਗਿਆ। ਠੀਕ ਹੈ ਜੀ, ਤਾਂ ਇਹਦਾ ਮਤਲਬ ਕੀ ਹੈ, ਮਾਈਨਸ A। ਠੀਕ ਹੈ, ਅਗਰ ਮੈਂ ਕਿਸੇ ਕੌਂਸਟੈਂਟ ਨੂੰ ਮਲਟੀਪਲਾਈ ਕਰਦੇ ਹਾਂ, ਕੌਂਸਟੈਂਟ ਨੂੰ ਕਿਸੇ ਵੀ ਮੈਟ੍ਰਿਕਸ ਨਾਲ ਮਲਟੀਪਲਾਈ ਕਰਦੇ ਹਾਂ ਜਾਂ ਫਿਰ ਉਸਦਾ ਟਰਾਂਸਪੋਜ਼ ਲੈ ਲਓ। ਠੀਕ ਹੈ, ਜਾਂ ਫਿਰ ਉਸਦੀ ਪਾਵਰ ਜਿੰਨੀ ਮਰਜ਼ੀ ਕਰ ਦਿਓ। ਠੀਕ ਹੈ, ਕੋਈ ਵੀ ਚੀਜ਼ ਕਰ ਲਓ ਸਕਦੇ ਹੋ ਤੁਸੀਂ, ਉਸਦਾ ਇਨਵਰਸ ਫਾਈਂਡ ਕਰ ਲਓ। ਠੀਕ ਹੈ, ਇਸ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਕੀ ਹੋਣਗੀਆਂ, ਆਲਸੋ ਕੀ ਹੋਣਗੀਆਂ ਜੀ, ਸਿਮੈਟ੍ਰਿਕ ਹੋਣਗੀਆਂ। ਤੁਸੀਂ ਚਾਹੋ ਤਾਂ ਇਹਨਾਂ ਨੂੰ ਬੜੀ ਈਜ਼ੀਲੀ ਪ੍ਰੂਫ ਕਰ ਸਕਦੇ ਹੋ। ਸਟੈਪ ਬਾਏ ਸਟੈਪ ਕਰਦੇ ਹਾਂ। ਫੋਰ ਐਗਜ਼ਾਮਪਲ ਫਸਟ ਵਨ ਹੈ ਤੁਹਾਡੇ ਕੋਲ, ਸਭ ਤੋਂ ਪਹਿਲਾਂ ਆਪਾਂ ਫਸਟ ਵਨ ਨੂੰ ਪ੍ਰੂਫ ਕਰਦੇ ਹਾਂ। ਠੀਕ ਹੈ, ਕਿ ਜੇਕਰ ਮੇਰੇ ਕੋਲ A ਦਾ ਟਰਾਂਸਪੋਜ਼ A ਹੈ, ਠੀਕ ਹੈ, ਮਤਲਬ A ਮੇਰੇ ਕੋਲ ਸਿਮੈਟ੍ਰਿਕ ਮੈਟ੍ਰਿਕਸ ਹੈ, ਤਾਂ ਮਾਈਨਸ A ਮੇਰੇ ਕੋਲ ਸਿਮੈਟ੍ਰਿਕ ਕਿਵੇਂ ਹੋਏਗਾ, ਮਤਲਬ ਮੈਨੂੰ ਇਸਦਾ ਟਰਾਂਸਪੋਜ਼ ਲੈਣਾ ਪਏਗਾ। ਜੇਕਰ ਇਸਦਾ ਟਰਾਂਸਪੋਜ਼ ਵਾਪਸ ਇਹੀ ਆ ਗਿਆ ਤਾਂ ਇਹਦਾ ਮਤਲਬ ਕੀ ਹੋ ਗਿਆ, ਸਿਮੈਟ੍ਰਿਕ ਹੋ ਗਈ। ਹੋਰ ਕੀ ਹੁੰਦਾ ਹੈ? ਠੀਕ ਹੈ ਜੀ, ਤਾਂ ਮਤਲਬ ਕੀ ਹੋ ਗਿਆ, ਮਾਈਨਸ ਦੇ ਉੱਪਰ ਤਾਂ ਟਰਾਂਸਪੋਜ਼ ਦਾ ਕੋਈ ਅਸਰ ਨਹੀਂ ਹੋਣਾ, ਬਟ A ਦੇ ਉੱਪਰ ਹੋਣਾ ਹੈ। ਠੀਕ ਹੈ, ਤਾਂ ਹੁਣ ਅਗਰ ਆਪਾਂ ਗੱਲ ਕਰੀਏ A ਦਾ ਟਰਾਂਸਪੋਜ਼ ਅੱਗੇ ਮੇਰੇ ਕੋਲ ਕਿਹਦੇ ਇਕੁਅਲ ਹੈ, A ਦੇ ਹੀ ਤਾਂ ਇਕੁਅਲ ਹੈ। ਤਾਂ ਮਤਲਬ ਮੈਂ A ਦੇ ਟਰਾਂਸਪੋਜ਼ ਦੀ ਜਗ੍ਹਾ 'ਤੇ A ਲਿਖ ਸਕਦੀ ਹਾਂ ਬੜੀ ਈਜ਼ੀਲੀ। ਤਾਂ ਮੇਰੇ ਕੋਲ ਉਹੀ ਚੀਜ਼ ਆ ਗਈ, ਮਾਈਨਸ A, ਤਾਂ ਜਿਹਦੇ ਨਾਲ ਮੈਂ ਈਜ਼ੀਲੀ ਕਹਿ ਸਕਦੀ ਹਾਂ ਕਿ ਇਹ ਕੀ ਹੈਗਾ, ਸਿਮੈਟ੍ਰਿਕ ਹੈ। ਇਹ ਚੀਜ਼ ਤੁਸੀਂ ਕਿ A ਲਈ ਲੈ ਸਕਦੇ ਹੋ, A ਦੇ ਟਰਾਂਸਪੋਜ਼ ਲਈ। ਮੇਰੇ ਅਕੋਰਡਿੰਗ ਤੁਸੀਂ ਖੁਦ ਇਹਨਾਂ ਪ੍ਰੂਫਸ ਨੂੰ ਕਰਕੇ ਦੇਖੋ ਨਾ, ਤਾਂ ਬੜੀ ਚੰਗੀ ਤਰ੍ਹਾਂ ਤੁਹਾਨੂੰ ਕਲੀਅਰ ਹੋਏਗਾ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਸਾਰੇ ਪ੍ਰੂਫ। ਠੀਕ ਹੈ, ਇੱਕ ਦਾ ਹੋਰ ਆਪਾਂ ਇਹ ਵਾਲਾ ਪ੍ਰੂਫ ਕਰ ਲੈਂਦੇ ਹਾਂ ਕਿ ਅਗਰ B ਇਨਵਰਸ A ਐਂਡ B, ਇਹ ਮੇਰੇ ਕੋਲ ਕੀ ਹੋਏਗੀ, ਸਿਮੈਟ੍ਰਿਕ ਹੋਏਗੀ। ਜੇਕਰ A ਮੇਰੇ ਕੋਲ ਸਿਮੈਟ੍ਰਿਕ ਹੈ ਤਾਂ A ਸਿਮੈਟ੍ਰਿਕ ਦਾ ਮਤਲਬ A ਟਰਾਂਸਪੋਜ਼ A ਦੇ ਇਕੁਅਲ ਹੈ ਤਾਂ। ਠੀਕ ਹੈ ਜੀ, ਹੁਣ ਅਗਰ ਗੱਲ ਕਰੀਏ A ਦੇ ਵਿੱਚ ਮੈंने ਕੀ ਕਰਨਾ ਹੈ ਕਿ ਇਹਦਾ ਟਰਾਂਸਪੋਜ਼ ਵਾਪਸ ਇਹੀ ਚੀਜ਼ ਆਏਗੀ। ਹੁਣ ਇਸ ਦਾ ਟਰਾਂਸਪੋਜ਼ ਜਦੋਂ ਮੈਂ ਲੈ ਰਹੀ ਹਾਂ ਤਾਂ ਪਿੱਛੋਂ ਖੋਲਣਾ ਸ਼ੁਰੂ ਹੋਏਗਾ। ਪਹਿਲਾਂ ਕੀ ਆਏਗਾ, B ਦਾ ਟਰਾਂਸਪੋਜ਼, ਫਿਰ ਕੀ ਆਏਗਾ, A ਦਾ ਟਰਾਂਸਪੋਜ਼, ਔਰ ਫਿਰ ਕੀ ਆਏਗਾ, B ਦਾ ਟਰਾਂਸਪੋਜ਼, ਉਸਦਾ ਅੱਗੇ ਟਰਾਂਸਪੋਜ਼। ਠੀਕ ਹੈ ਜੀ, ਸੌਰੀ ਇੱਥੇ ਟਰਾਂਸਪੋਜ਼ ਹੈ ਅਗਰ, ਯੈਸ। ਤਾਂ ਹੁਣ ਅਗਰ ਆਪਾਂ ਗੱਲ ਕਰੀਏ ਤਾਂ B ਦੇ ਟਰਾਂਸਪੋਜ਼ ਦੇ ਵਿੱਚ ਤਾਂ ਕੋਈ ਚੇਂਜ ਨਹੀਂ ਆਏਗਾ। A ਦੇ ਟਰਾਂਸਪੋਜ਼ ਦੀ ਜਗ੍ਹਾ ਮੈਂ A ਲਿਖ ਸਕਦੀ ਹਾਂ ਕਿਉਂਕਿ ਆਪਾਂ ਹੁਣੀ ਕਿਹਾ ਕਿ ਮੇਰੇ ਕੋਲ A ਕੀ ਹੈਗੀ, ਸਿਮੈਟ੍ਰਿਕ ਮੈਟ੍ਰਿਕਸ ਹੈ। A ਦਾ ਟਰਾਂਸਪੋਜ਼ ਆਲਰੇਡੀ ਕਿਹਦੇ ਇਕੁਅਲ ਹੈ, A ਦੇ ਇਕੁਅਲ ਹੈ। ਔਰ B ਦਾ ਮੈਂ 2 ਵਾਰੀ ਟਰਾਂਸਪੋਜ਼ ਕਰ ਰਹੀ ਹਾਂ ਤਾਂ ਮੇਰੇ ਕੋਲ ਕੀ ਬਣ ਜਾਏਗਾ, B ਬਣ ਜਾਏਗਾ। ਤਾਂ ਮਤਲਬ ਵਾਪਸ ਉਹੀ ਚੀਜ਼ ਬਣ ਗਈ ਨਾ। ਅਗਰ ਵਾਪਸ ਉਹੀ ਚੀਜ਼ ਬਣ ਗਈ ਤਾਂ ਮਤਲਬ ਇਹ ਮੇਰੇ ਕੋਲ ਕੀ ਹੈਗਾ, ਸਿਮੈਟ੍ਰਿਕ ਹੈ। ਅਤੇ ਇਸ ਤਰੀਕੇ ਨਾਲ ਹੀ ਆਪਾਂ ਕਹਿ ਸਕਦੇ ਹਾਂ ਕਿ ਜੋ ਇਹ ਕੁਛ ਵੀ ਤੁਸੀਂ ਇਹਦੇ ਵਿੱਚ ਪ੍ਰੂਵ ਕਰਕੇ ਦੇਖੋ ਤੁਹਾਡੇ ਕੋਲ ਸਾਰੇ ਕੀ ਆਉਣਗੇ, ਸਿਮੈਟ੍ਰਿਕ ਆਉਣਗੇ। ਠੀਕ ਹੈ ਜੀ, ਨੈਕਸਟ ਅਗਰ ਆਪਾਂ ਗੱਲ ਕਰੀਏ
ये सारे मैं थोड़ा इसलिए लिखवा रही हूँ क्योंकि एग्जाम के उत्थे सॉल्व करन दा जां शायद प्रूफ करन दा इन्ना टाइम ना होवे तो ये चीज़ अपने माइंड दे विच रहन तां चंगी गल है। ठीक है, नैक्सट अगर आप गल करिए फोर्थ प्रॉपर्टी की, फोर्थ प्रॉपर्टी दे विच की है, हुण आपां क्या सी ए सिमेट्रिक है, हुण आपां गल करदे हां स्क्यू सिमेट्रिक दी। ए जेकर मेरे कोल कोई स्क्यू सिमेट्रिक मैट्रिक्स है तो इसका मतलब ये हो जाता है कि जो मैं उसका ट्रांसपोज करती हाँ तो मेरे को कि इक्वल आता है जी माइनस ए दे इक्वल आता है। ठीक है, जो मैं उसका ट्रांसपोज करती हाँ तो मेरे को नैगेटिव दे विच आता है। हुण इस चीज़ के विच की इफैक्ट पैंदा है, जेकर ए मेरे को स्क्यू सिमेट्रिक है तो अगर मैं ए दी पावर कुछ ईवन नंबर के विच करती हाँ तो वह मेरे को की बन जाएगा, सिमेट्रिक बन जाएगा। क्लीयर हुई यह चीज़? अगर मेरे को ए स्क्यू सिमेट्रिक है और उसकी मैं कोई पावर पावर का मतलब हो गया उसका स्केयर कर दियाँ या 4 पावर कर दियाँ उसकी या 6 कर दियाँ, बट वो पावर की होनी चाहिए, ईवन नंबर होनी चाहिए। इतने मैंने 2n लिखे है, 2n का मतलब की हो गया कोई ईवन नंबर हो गया। ठीक है जी, उम्मीद है ये चीज़ क्लीयर हो गई होगी तुहानूं। इन्हूं एग्जाम्पल नाल भी करते हैं। फॉर एग्जाम्पल इत्थे मैंने ले लिया ए दी पावर कोई भी ले लो, 2 ले लो या 4 ले लो, चलो है ना, ए दी पावर 2 ले लेने, ए दी पावर की बन जाएगी 4 बन जाएगी। तो ए दी पावर मैंने 4 ले ली क्योंकि मैंने मल्टीपल ऑफ 2 लेने। ठीक है, हुण इन्होंने क्या सी कि ए मेरे को की है स्क्यू सिमेट्रिक है। स्क्यू सिमेट्रिक का मतलब की हो गया जो मैं ए का ट्रांसपोज करती हाँ तो मेरे को की आता माइनस ए आता है। मतलब जो मैं इसका ट्रांसपोज करूँगी तो मेरे को माइनस दे विच की आना चाहिए, ए दी पावर 4 आना चाहिए। ठीक है, चलो इन्हें सॉल्व करते हैं कि माइनस के आता या नहीं आता। ठीक है, तो हुण जो मैं इसका ट्रांसपोज करूँगी तो मेरे को की बन जाएगा, मेरे को बन जाएगा ए दी पावर 4 का ट्रांसपोज। ठीक है, ट्रांसपोज जो मैं कर रही हूँ तो मेरे को की बन रहा है माइनस ए दी पावर 4 बन रहा है ना। ठीक है, क्यों? क्योंकि इतने मेरे को देखो पावर 4 तो एज इट इज़ पई है, बट इतने जो मैंने ट्रांसपोज किया तो ए का ट्रांसपोज कितना है माइनस ए, 4 के उपर नहीं इंप्लाई होएगा। ठीक है, सिर्फ कि उपर होएगा ए दी पावर टी के उपर, वो जगह तो मैं की लिख सकती हाँ माइनस ए लिख सकती हाँ। ठीक है, क्लीयर है ये चीज़? तो हुण जो मैं माइनस ए नूं 4 टाइम्स मल्टीप्लाई करूँगी तो उन्हें वापस की आ जाना है, ए दी पावर 4 ही तो आ जाना है। मतलब जो माइनस है वो ईवन पावर होने करके की हो गया, खत्म हो गया। तो मेरे को की रह गया ए दी पावर 4, और ए दी पावर 4 ही मैं चक्या सी, मेरे को नैगेटिव दे विच नहीं आया, पॉजिटिव दे विच आया, मतलब मेरे को की बन गया, सिमेट्रिक बन गया। ठीक है, तो इत्थों आप कह सकते हैं कि अगर मेरे को कोई स्क्यू सिमेट्रिक मैट्रिक्स गिवन है बट उसकी मैं ईवन पावर करती हाँ तो वो मेरे को की बन जाती है, सिमेट्रिक बन जाती है। क्लीयर? इस तो इलावा अगर आप होर गल करिए नैक्सट दे विच, अगर मैं कहां नैक्सट प्रॉपर्टी क्या बन जाती है, अगर मैं पावर करती हाँ ऑड, ठीक है, तो वो स्क्यू सिमेट्रिक ही रहेगी। ठीक है जी, तो वो की रहेगी, स्क्यू सिमेट्रिक ही रहेगी, क्योंकि ऑड पावर के विच तुसीं समझ सकते हो कि अगर ऑड पावर है, फॉर एग्जाम्पल ए दी पावर माइनस है तो माइनस तो आएगा ही ना। तो क्लीयर होएगा तुहानू? ठीक है जी, अगर ईवन पावर है तो सिमेट्रिक, अगर ऑड पावर है तो स्क्यू सिमेट्रिक। कदों? जो ए मैनू स्क्यू सिमेट्रिक गिवन है। ठीक है, नैक्सट अगर आप गल करिए हुण ए मैनू की दिता होया सीगा, स्क्यू सिमेट्रिक दिता होया सीगा। अगर ए स्क्यू सिमेट्रिक है, चाहे वो मैं कोई स्कैलर मल्टीपल करदा, चाहे मैं वही पिछले वाला ला ला बी ट्रांसपोज ए बी। ठीक है जी, ये सारे की होंगे स्क्यू सिमेट्रिक होंगे, ये सारे भी की होंगे स्क्यू सिमेट्रिक होंगे। क्लीयर? तो चलो अगे बढ़ते हैं, इन्हें तुसीं खुद प्रूफ करके देखोगे तो ज़्यादा चंगी तरह क्लीयर होएगा। ठीक है जी, नैक्सट अगर आप गल करिए ए बी आर 2 सिमेट्रिक मैट्रिसेस। हुण जो मैंने ले लिया ए तो बी, इत्थे मैं हुण तक मैं सिर्फ एक मैट्रिक्स की गल करती आई सी, हुण मैं 2 मैट्रिक्स की गल कर रही हाँ, और 2 मैट्रिक्स के मैं की लै रही हाँ, ए तो बी दोनों मैट्रिसेस लै रही हाँ, और दोनों मैट्रिक्स मेरे को की ने जी सिमेट्रिक ने। सिमेट्रिक का मतलब पता की हो गया कि ए का ट्रांसपोज करो तो मेरे को वापस ए आ रही है, और बी का ट्रांसपोज करो तो मेरे को वापस की आ रही है, बी आ रही है। ठीक है, तो इसका मतलब हो जाता है, इसका मतलब की हो जाता है, इसका मतलब ये हो जाता है कि जेकर मैं दोनों की एडिशन करदा या फिर ए बी प्लस बी ए करदा, ठीक है, या फिर ए बी करदा, चलो पहले इन्होंने दोनों देखते हैं प्रूफ करके। ठीक है, पहले तो इन्होंने दोनों देखते हैं कि ये दोनों की होंगे, सिमेट्रिक होंगे। कदों? जो मेरे को एक कंडीशन गिवन है कि ए तो बी की ने सिमेट्रिक ने। ठीक है जी, हुण अगे ये सिमेट्रिक किवें ने, चलो प्रूफ करके देखते हैं। मैंने फर्स्ट चक ली ए प्लस बी, जो मैं इसका ट्रांसपोज कर दूंगी तो मेरे को वापस यही चीज़ आ जाए तो मेरे कहने का मतलब ये हो गया कि सिमेट्रिक है। ठीक है, तो देखते हैं आंदा या नहीं आंदा, वही चीज़ आ गई। ठीक है,
ए दा ट्रांसपोज प्लस बी दा ट्रांसपोज एडिशन दे विच खोल सकते हैं। हुण मैनूं पता है कि ए दा ट्रांसपोज किहदे इक्वल है, इत्थे देखो ए दा ट्रांसपोज किहदे इक्वल है, ए दे इक्वल है ना, प्लस बी दा ट्रांसपोज भी किहदे इक्वल है, बी दे इक्वल है। ठीक है, तो बड़ी ईजीली मेरे को प्रूफ हो गया कि जो मैं ए प्लस बी का ट्रांसपोज कर रही हूँ तो मेरे को दोबारा ए प्लस बी आ गया। इसका मतलब की हो गया, ए प्लस बी की हो गया, सिमेट्रिक हो गया। ठीक है, और अगर मैं गल करा ए बी प्लस बी ए दी, ए बी प्लस बी ए का ट्रांसपोज लैके चलते हैं। हूँ देखो हूँ जो इन्हें मैं खोलूँगी तो ए बी का ट्रांसपोज प्लस बी ए का ट्रांसपोज बन गया। ठीक है जी, हूँ ए बी का ट्रांसपोज का की मतलब है कि जो आप मल्टीप्लाई के ट्रांसपोज निकालते हैं तो मेरे को की आएगा, पहला बी ट्रांसपोज फिर ए ट्रांसपोज प्लस उरे पहला ए ट्रांसपोज तो बी ट्रांसपोज, यही चीज़ बनेगी मेरे को। ठीक है, हुण ये चीज़ मैंने पता है कि बी का ट्रांसपोज मेरे को किहदे इक्वल है। देखो आप पिछे किया सी, बी का ट्रांसपोज मेरे को किहदे इक्वल है, बी दे इक्वल, और ए का ट्रांसपोज मेरे को किहदे इक्वल है, ए दे इक्वल। तो मेरे को बन गया बी दी ट्रांसपोज की जगह तो मैं बी और ए दे ट्रांसपोज की जगह तो मैं की लिख सकती हाँ, ए। ठीक है, हुण एडिशन दे विच ने अगे पिछे लिखो कोई फर्क नहीं पैंदा, क्योंकि की हुंदा एडिशन कॉम्यूटेटिव हुंदा और यही चीज़ मेरे को की आ गई जो मैं लैके चली सी। ठीक है, हैंस की प्रूवड हुंदा है कि ए भी की होएगी, सिमेट्रिक होएगी। क्लीयर। नैक्सट अगर आप गल करिए, अगर मैं एडिशन की जगह पर ले लवां माइनस, ठीक है जी, हुण इत्थे एडिशन की जगह पर मैंने की ले लिया, माइनस ले लिया, 1 मिनट, तो यह की होएगी, सिमेट्रिक होएगी या स्क्यू सिमेट्रिक। हुण देखो ये जो मैं खोलांगी तो इत्थे भी की आएगा, फिर माइनस आएगा ना। ठीक है, इत्थे भी की आएगा, माइनस आएगा। जो इत्थे माइनस है तो इत्थे भी की होएगा, माइनस होएगा। कोई फर्क नहीं पेगा, बस माइनस हो जाएगा। ठीक है, माइनस। हुण जो इन्होंने मैं उल्टा करके लिखूँगी जिवें इहदे विच मैंने देखा, तो ये मैनू की करना पेगा, माइनस कॉमन करना पेगा। ठीक है, ये मैनू की करना पेगा जी, माइनस कॉमन करना पेगा। इनू आप डिटेल दे विच देखते हैं, 1 मिनट। देखो रहन दो, इसनू स्टार्टिंग तो ही करते हैं। ठीक है, इत्थे मेरे को की सीगा ए बी माइनस बी ए। ठीक है, हुण मैंने यही दसना है कि यह सिमेट्रिक है कि स्क्यू सिमेट्रिक है। ठीक है, हुण इहदे विच की करते हैं, इसका ट्रांसपोज लैके चलते हैं। अगर तो यही ट्रांसपोज इसे दे इक्वल आ गया फिर तक की होएगी सिमेट्रिक, अगर नैगेटिव दे इक्वल आ गया फिर की होएगी स्क्यू सिमेट्रिक। हुण इसनू आपां सोल्व करते हैं। ठीक है, हुण इहदे विच जो ट्रांसपोज खोलांगे तो ए बी का ट्रांसपोज माइनस बी ए का ट्रांसपोज इस तरीके ना खुलेगा। हुण जो मल्टीप्लाई के ट्रांसपोज खोलते होंगे तो वह किवें खुलदा हुंदा है, पहला बी आएगा फिर ए आएगा, माइनस इत्थे पहला ए आएगा फिर बी आएगा। क्लीयर है यही चीज़ तो, क्योंकि जो ट्रांसपोज खुलता होंगे तो वह पिछों शुरू होकर खुलता है। ठीक है जी, हुण बी का ट्रांसपोज मेरे को किहदे इक्वल है, बी दे इक्वल, और ए का ट्रांसपोज मेरे को किहदे इक्वल है, ए दे इक्वल। क्यों, क्योंकि बी तो ए मेरे को दोनों की ने सिमेट्रिक मैट्रिक्सिस ने, तो वही चीज़ इत्थे आ जाती है। हुण यही तो मेरे को ए इक्वल नहीं है, बट जे मैं ये माइनस कॉमन निकालदा तो मेरे को की बन जाता है, ए बी माइनस बी ए बन जाता है, और मेरे को दोबारा वही चीज़ आ गई। ठीक है, जो मैं लैके चली सी। ठीक है, बट कि आ गई नैगेटिव दे विच, मतलब की हो गया जो ए मैट्रिक्स है वो की होएगी, स्क्यू सिमेट्रिक मैट्रिक्स होएगी। ठीक है, हुण इत्थे आपां नूं की रिजल्ट मिलता है कि जेकर तुहाडे कोल ए ते बी दोनों सिमेट्रिक ने, दैन दोनों की एडिशन ते दोनों की मल्टीप्लाई का एडिशन सिमेट्रिक होएगा। पर जे मैं दोनों की मल्टीप्लाई करके माइनस कर रही हूँ तो वह की होएगा, स्क्यू सिमेट्रिक होएगा। ठीक है, नैक्सट अगर मैं गल करा मल्टीप्लाई की, तो मल्टीप्लाई भी की होएगी, सिमेट्रिक होएगी। कदों, जो ए बी ते बी ए आपस दे विच की होणगे, इक्वल। इन एनी केस जे ए बी ते बी ए आपस दे विच इक्वल नहीं होंगे तो शायद ए बी सिमेट्रिक ना हो। ठीक है जी, तो इसनों हुण तुसीं खुद प्रूफ करोगे, जे नहीं होया तो जरूर इसनों दोबारा रिपीट किया जाएगा, बट एक बार तुसीं इसनों खुद ट्राई करके देखो। क्लीयर। नैक्सट अगर आप गल करिए नैक्सट प्रॉपर्टी की, हुण इत्थे आप लै लैंदे हैं, पहला आप करके आए थे कि ए ते बी मेरे को की होणगे, सिमेट्रिक मैट्रिसिस होणगे। हुण आप सॉल्व करके देखते हैं, अगर मेरे को ए ते बी स्क्यू सिमेट्रिक मैट्रिसिस ने। ठीक है, स्क्यू सिमेट्रिक मैट्रिसिस का मतलब की हो गया कि दोनों की जो मैं ट्रांसपोज कर रही हाँ तो मेरे को माइनस के विच इक्वल आ रहे हैं। ठीक है जी, स्क्यू सिमेट्रिक। हुण इनू आपां किवें करांगे, स्क्यू सिमेट्रिक दे विच देखो, जो मेरे को ए ते बी दोनों स्क्यू सिमेट्रिक ने, तो पहली चीज़ ये निकल के आती है सामने कि जो मैं दोनों की एडिशन करदा या सबट्रैक्शन करदा, उत्थे मैंने कली एडिशन क्या सी। इन्हां छोटी छोटी गल्लां नूं दिमाग दे विच रखियो, इत्थे मैं सिर्फ एडिशन की गल कर रही सी, बट इत्थे मैं एडिशन दे नाल सबट्रैक्शन भी बोल रही हाँ, और इत्थे मैं इन्हां दोनों का माइनस, ये दोनों की होणगे, स्क्यू सिमेट्रिक होणगे।
ਕੀ ਹੋਣਗੇ ਜੀ ਇਹ ਸਕਿਊ ਸਿਮੈਟ੍ਰਿਕ। ਹੁਣ ਪ੍ਰੂਫ ਕਿਵੇਂ ਕਰਨਾ ਹੈ ਉਹ ਆਪਾਂ ਡਿਟੇਲ ਦੇ ਵਿੱਚ ਬਹੁਤ ਕੁਐਸਚਨ ਨੇ ਜੋ ਪ੍ਰੂਫ ਦੇ ਨਾਲ ਕਰ ਚੁੱਕੇ ਹਾਂ, ਠੀਕ ਹੈ। ਇੱਕ ਵਾਰੀ ਖੁਦ ਇਸ ਨੂੰ ਟਰਾਈ ਕਰੋ। ਤੇ ਨੈਕਸਟ ਅਗਰ ਮੈਂ ਕਹਾਂ ਕਿ ਜੇਕਰ ਮੈਂ ਇਹਨਾਂ ਦੀ ਐਡੀਸ਼ਨ ਕਰ ਰਹੀ ਹਾਂ ਤਾਂ ਇਹ ਮੇਰੇ ਕੋਲ ਕੀ ਬਣੇਗਾ, ਸਿਮੈਟ੍ਰਿਕ ਬਣੇਗਾ, ਠੀਕ ਹੈ। ਹੁਣ ਐਗਜ਼ਾਮ ਦੇ ਵਿੱਚ ਇੰਨੀਆਂ ਸਾਰੀਆਂ ਚੀਜ਼ਾਂ ਕਈ ਵਾਰੀ ਨਹੀਂ ਵੀ ਮਾਈਂਡ ਦੇ ਵਿੱਚ ਰੱਖਦੀਆਂ, ਤਾਂ ਤੁਹਾਨੂੰ ਇਹ ਜੋ ਪ੍ਰੂਫ ਹੈ ਇਹ ਵੀ ਆਉਣਾ ਚਾਹੀਦਾ ਤਾਂ ਕਿ ਤੁਸੀਂ ਉੱਥੇ ਜਲਦੀ ਜਲਦੀ ਆਪਣਾ ਕੁਐਸਚਨ ਜੋ ਹੈ ਗਲਤ ਕਰਨ ਦੀ ਬਜਾਏ ਸੋਲਵ ਕਰਕੇ ਸਹੀ ਕਰ ਸਕੋ। ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਉਮੀਦ ਹੈ ਇਹ ਚੀਜ਼ ਕਲੀਅਰ ਹੋ ਗਈ ਹੋਏਗੀ ਕਿ ਜੇਕਰ A ਤੇ B ਕੀ ਨੇ, ਸਕਿਊ ਸਿਮੈਟ੍ਰਿਕ ਨੇ, ਤਾਂ A ਦਾ ਮਤਲਬ ਮੇਰੇ ਕਹਿਣ ਦਾ ਮਤਲਬ ਹੋ ਗਿਆ ਕਿ A ਦਾ ਟਰਾਂਸਪੋਜ਼ ਮਾਈਨਸ A ਦੇ ਔਰ B ਦਾ ਟਰਾਂਸਪੋਜ਼ ਮਾਈਨਸ B ਦੇ ਇਕੁਅਲ ਹੈ। ਦੈਨ ਦੋਨਾਂ ਦੀ ਐਡੀਸ਼ਨ ਜਾਂ ਸਬਟ੍ਰੈਕਸ਼ਨ ਕਰ ਦਿਓ ਜਾਂ ਫਿਰ ਦੋਨਾਂ ਦੀ ਮਲਟੀਪਲਾਈ ਕਰਕੇ ਮਾਈਨਸ ਕਰ ਦਿਓ, ਉਹ ਕੀ ਆਏਗਾ, ਹਮੇਸ਼ਾ ਸਕਿਊ ਸਿਮੈਟ੍ਰਿਕ ਹੀ ਆਏਗਾ। ਬਟ ਜਦੋਂ ਮੈਂ ਦੋਨਾਂ ਦੀ ਐਡੀਸ਼ਨ ਕਰਦੀ ਹਾਂ ਫਿਰ ਉਹ ਸਿਮੈਟ੍ਰਿਕ ਬਣ ਜਾਂਦਾ। ਤੇ ਇੱਕ ਗੱਲ ਨੂੰ ਤਾਂ ਧਿਆਨ 'ਚ ਰੱਖੋ, A ਤੇ B ਚਾਹੇ ਸਿਮੈਟ੍ਰਿਕ ਹੋਣ ਚਾਹੇ ਸਕਿਊ ਸਿਮੈਟ੍ਰਿਕ ਹੋਣ, ਜਿਹੜੀ ਐਡੀਸ਼ਨ ਕਰਕੇ ਮਲਟੀਪਲਾਈ ਕਰਕੇ ਐਡੀਸ਼ਨ ਕਰੋਗੇ ਉਹ ਹਮੇਸ਼ਾ ਹੀ ਸਿਮੈਟ੍ਰਿਕ ਹੋਏਗੀ, ਔਰ ਜਦੋਂ ਤੁਸੀਂ ਇਹਨਾਂ ਦਾ ਸਬਟ੍ਰੈਕਸ਼ਨ ਕਰੋਗੇ ਉਹ ਹਮੇਸ਼ਾ ਹੀ ਸਕਿਊ ਸਿਮੈਟ੍ਰਿਕ ਹੋਏਗੀ, ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ, ਨੈਕਸਟ ਜੋ ਤੁਹਾਡੇ ਕੋਲ ਆ ਜਾਂਦੀ ਹੈ ਉਹ ਹੈ ਕਿ A ਕੋਈ ਵੀ ਆਪਣੇ ਕੋਲ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਹੈ, ਠੀਕ ਹੈ ਜੀ। ਤਾਂ C ਕੋਈ ਵੀ ਅਗਰ ਮੇਰੇ ਕੋਲ ਆ ਜਾਂਦਾ ਹੈ ਕਿ A ਕੋਈ ਵੀ ਮੇਰੇ ਕੋਲ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਹੈ, ਮਤਲਬ ਸਕਿਊ ਸਿਮੈਟ੍ਰਿਕ 1 ਮਿੰਟ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਹੈ, ਤੇ C ਮੇਰੇ ਕੋਲ ਕੋਈ ਵੀ ਕਾਲਮ ਮੈਟ੍ਰਿਕਸ ਹੈ, ਠੀਕ ਹੈ ਜੀ, ਕਾਲਮ ਮੈਟ੍ਰਿਕਸ ਹੈ। ਹੁਣ A ਮੈਨੂੰ ਦੇਤੀ ਕੋਈ ਵੀ ਮੈਟ੍ਰਿਕਸ, ਮਤਲਬ ਕੀ ਹੋ ਗਿਆ ਕਿ A ਦਾ ਟਰਾਂਸਪੋਜ਼ ਕਿਹਦੇ ਇਕੁਅਲ ਹੋ ਗਿਆ, A ਦੇ ਇਕੁਅਲ ਹੋ ਗਿਆ। C ਕੋਈ ਵੀ ਕਾਲਮ ਮੈਟ੍ਰਿਕਸ ਹੋਗੀ, ਮਤਲਬ ਕੁਝ ਇਸ ਤਰੀਕੇ ਦੀ ਮੈਟ੍ਰਿਕਸ ਹੋਗੀ, ਠੀਕ ਹੈ। ਤਾਂ ਜੇਕਰ ਇਹ ਦੋਨੋਂ ਕੰਡੀਸ਼ਨਸ ਦਿੱਤੀਆਂ ਹੋਈਆਂ ਨੇ ਤਾਂ C ਦਾ ਟਰਾਂਸਪੋਜ਼ AC ਮੇਰੇ ਕੋਲ ਹਮੇਸ਼ਾ ਕੀ ਬਣੂਗਾ, ਜ਼ੀਰੋ ਮੈਟ੍ਰਿਕਸ ਬਣੂਗਾ, ਠੀਕ ਹੈ। ਲੈ ਲੈਂਦੇ ਕੋਈ ਵੀ ਇੱਕ ਐਗਜ਼ਾਮਪਲ। ਫੋਰ ਐਗਜ਼ਾਮਪਲ ਮੈंने ਇੱਥੇ ਕਾਲਮ ਮੈਟ੍ਰਿਕਸ A ਲੈ ਲਈ, ਠੀਕ ਹੈ। ਹੁਣ ਇਹਨੂੰ ਜਦੋਂ ਮੈਂ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਲੈ ਰਹੀ ਹਾਂ ਤਾਂ ਮੇਰੇ ਕੋਲ A ਮੈਟ੍ਰਿਕਸ ਕੀ ਬਣ ਜਾਂਦੀ ਹੈ, A ਮੈਟ੍ਰਿਕਸ ਆਪਾਂ ਲੈ ਲੈਂਦੇ ਕੋਈ ਵੀ ਜ਼ੀਰੋ, ਕਿਉਂਕਿ ਡਾਇਗਨਲ ਐਲੀਮੈਂਟ ਕੀ ਹੋਣਗੇ, ਜ਼ੀਰੋ ਹੋਣਗੇ। ਜੇਕਰ ਮੇਰੇ ਕੋਲ ਕੀ ਹੈ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਹੈ, ਇੱਥੇ ਮੈਂ -1 ਔਰ 1 ਲੈ ਲੈਂਦੀ ਹਾਂ, ਠੀਕ ਹੈ ਜੀ। ਹੁਣ ਇਹਨਾਂ ਨੇ ਕਿਹਾ ਸੀ ਕਿ ਮੇਰੇ ਕੋਲ ਕੀ ਚੀਜ਼ ਜ਼ੀਰੋ ਹੋਏਗੀ, C ਦਾ ਟਰਾਂਸਪੋਜ਼ ਇੰਟੂ A ਇੰਟੂ C। ਹੁਣ ਜਦੋਂ ਮੈਂ C ਦਾ ਟਰਾਂਸਪੋਜ਼ ਕਰੂੰਗੀ ਤਾਂ ਮੇਰੇ ਕੋਲ ਕੀ ਬਣੇਗਾ, 1 2 ਬਣੇਗਾ, ਠੀਕ ਹੈ। ਚਲੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੰਡੀਸ਼ਨ 'ਚ ਪੁੱਟ ਕਰਦੇ ਹਾਂ ਤਾਂ ਮੇਰੇ ਕੋਲ ਕੀ ਹੈ, C ਦਾ ਟਰਾਂਸਪੋਜ਼ A ਤੇ C। ਸਭ ਤੋਂ ਪਹਿਲਾਂ C ਦਾ ਟਰਾਂਸਪੋਜ਼ ਦੇਖਦੇ ਹਾਂ। C ਦਾ ਟਰਾਂਸਪੋਜ਼ ਹੈ ਇਹ, A ਮੈਟ੍ਰਿਕਸ ਮੇਰੇ ਕੋਲ ਕੀ ਹੈ, ਦਿਸ 1, ਔਰ C ਮੈਟ੍ਰਿਕਸ ਮੇਰੇ ਕੋਲ ਕੀ ਹੈ, ਦਿਸ 1, ਠੀਕ ਹੈ ਜੀ। ਤਾਂ ਇਹ ਕੁਝ ਚੀਜ਼ਾਂ ਨੇ, ਦੇਖਦੇ ਹਾਂ ਇਹ ਆਪਣੇ ਕੋਲ ਜ਼ੀਰੋ ਮੈਟ੍ਰਿਕਸ ਬਣਦੀ ਹੈਗੀ ਨਹੀਂ ਬਣਦੀ, ਠੀਕ ਹੈ। ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਦੇ ਆਰਡਰ ਦੇਖਦੇ ਹਾਂ, ਕਿਉਂਕਿ ਆਰਡਰ ਦੇ ਅਕੋਰਡਿੰਗ ਹੀ ਆਪਾਂ ਮਲਟੀਪਲਾਈ ਕਰ ਸਕਦੇ ਹਾਂ। ਹੁਣ ਇਸ ਦਾ ਆਰਡਰ ਕੀ ਹੈ, 1/2, ਠੀਕ ਹੈ ਜੀ। ਇਸ ਦਾ ਆਰਡਰ ਕੀ ਹੈ, 2/2, ਔਰ ਇਸ ਦਾ ਆਰਡਰ ਕੀ ਹੈ, 2/1। ਮਤਲਬ ਮੈਂ ਕਿਸ ਦੀ ਮਲਟੀਪਲਾਈ ਕਰ ਸਕਦੀ ਹਾਂ, ਇਹਨਾਂ ਦੋਨਾਂ ਦੀ ਤਾਂ ਪੋਸੀਬਲ ਨਹੀਂ ਹੈ, ਸਿਰਫ ਇਹਨਾਂ ਦੋਨਾਂ ਦੀ ਜੋ ਹੈ ਮਲਟੀਪਲਾਈ ਇੱਥੇ ਪੋਸੀਬਲ ਹੈ। ਤਾਂ ਇਹਨਾਂ ਦੋਨਾਂ ਦੀ ਮਲਟੀਪਲਾਈ ਕਰਦੇ ਹਾਂ ਪਹਿਲਾਂ, ਤੇ ਉਸ ਤੋਂ ਬਾਅਦ ਦੇਖਦੇ ਹਾਂ ਮੈਟ੍ਰਿਕਸ ਮੇਰੇ ਕੋਲ ਕਿਸ ਆਰਡਰ ਦੀ ਬਣੇਗੀ। ਮੇਰੇ ਕੋਲ ਬਣੇਗੀ 1/2 ਦੀ ਮੈਟ੍ਰਿਕਸ ਬਣੇਗੀ, ਮਤਲਬ ਕੁਝ ਇੱਦਾਂ ਮੈਟ੍ਰਿਕਸ ਬਣੂਗੀ, ਇਹ ਸੇਮ ਆਰਡਰ ਇਹਦੇ ਨਾਲ ਦਾ। ਹੁਣ ਜਦੋਂ ਇਹਨਾਂ ਦੀ ਮਲਟੀਪਲਾਈ ਕਰਾਂਗੇ, ਕਿਵੇਂ ਕਰਾਂਗੇ, ਇੱਕ ਰੋ ਇੱਕ ਕਾਲਮ, ਇੱਥੇ ਤਾਂ ਰੋ ਹੀ ਇੱਕ ਹੈ, ਠੀਕ ਹੈ। ਇਹਦੇ ਨਾਲ ਮਲਟੀਪਲਾਈ ਕਰਦੇ ਹਾਂ, 1 ਨੂੰ 0 ਨਾਲ ਮਲਟੀਪਲਾਈ ਕਰੋਗੇ ਕੀ ਆਏਗਾ, 0 ਪਲੱਸ 2 ਨੂੰ -1 ਨਾਲ ਮਲਟੀਪਲਾਈ ਕਰੋਗੇ ਕੀ ਆਏਗਾ, -2, ਮਤਲਬ ਫਸਟ ਐਲੀਮੈਂਟ ਮੇਰੇ ਕੋਲ ਕਿੰਨਾ ਆ ਗਿਆ, -2, ਠੀਕ ਹੈ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਨੈਕਸਟ ਜੋ ਹੈ ਇਹਦੇ ਵਿੱਚ ਆਪਾਂ ਦੇਖਦੇ ਹਾਂ, ਠੀਕ ਹੈ। ਫਸਟ ਨੂੰ ਜਦੋਂ ਸੈਕਿੰਡ ਨਾਲ ਮਲਟੀਪਲਾਈ ਕਰਾਂਗੇ, 1 ਨੂੰ ਜਦੋਂ ਤੁਸੀਂ 1 ਨਾਲ ਮਲਟੀਪਲਾਈ ਕਰੋਗੇ ਕਿੰਨਾ ਆ ਜਾਏਗਾ, 1 ਪਲੱਸ 2 ਨੂੰ 0 ਨਾਲ ਕਰੋਗੇ 0, ਮਤਲਬ ਕਿੰਨਾ ਆ ਜਾਏਗਾ, 1। ਤਾਂ ਇਹ ਸੀਗੀ ਮੇਰੇ ਕੋਲ ਫਸਟ ਦੋ ਮੈਟ੍ਰਿਕਸ ਨੂੰ ਮਲਟੀਪਲਾਈ ਕਰਕੇ ਆ ਗਿਆ। ਹੁਣ ਆਪਾਂ ਇਸ ਦੀ ਕਿਹਦੇ ਨਾਲ ਕਰਨੀ ਹੈ, ਥਰਡ ਮੈਟ੍ਰਿਕਸ ਨਾਲ ਮਲਟੀਪਲਾਈ ਕਰਨੀ ਹੈ। ਤਾਂ ਇਸ ਦੀ ਜਦੋਂ ਥਰਡ ਮੈਟ੍ਰਿਕਸ ਨਾਲ ਮਲਟੀਪਲਾਈ ਕਰਾਂਗੇ, ਹੁਣ ਇਸ ਦਾ ਆਰਡਰ ਕਿੰਨਾ ਹੈ, 1/2 ਦਾ, ਇਸ ਦਾ ਆਰਡਰ ਕਿੰਨਾ ਹੈ, 2/1 ਦਾ। ਮਤਲਬ ਜੋ ਮੇਰੇ ਕੋਲ ਮੈਟ੍ਰਿਕਸ ਬਣੇਗੀ ਉਹ ਕਿੰਨੇ ਦੀ ਬਣੇਗੀ, 1/1 ਦੀ, ਠੀਕ ਹੈ। ਤਾਂ ਮਤਲਬ ਇੱਕੋ ਹੀ ਐਲੀਮੈਂਟ ਹੋਏਗਾ, ਦੇਖਦੇ ਹਾਂ ਕੀ ਐਲੀਮੈਂਟ ਹੁੰਦਾ ਹੈ। ਤਾਂ ਇਸ ਦਾ ਜੋ ਫਸਟ ਰੋ ਹੈ ਉਸ ਨੂੰ ਦੇਖਦੇ ਹਾਂ, ਇਸ ਦਾ ਫਸਟ ਰੋ ਕਿੰਨਾ, -2, ਇਸ ਦੀ ਮਲਟੀਪਲਾਈ 1 ਨਾਲ, ਤਾਂ ਕਿੰਨਾ ਆ ਗਿਆ, -2 ਪਲੱਸ ਸੈਕਿੰਡ ਦੀ ਸੈਕਿੰਡ ਨਾਲ 2। ਹੁਣ ਇਹਨਾਂ ਨੂੰ ਕੈਂਸਲ ਕਰਤਾ, ਮੇਰੇ ਕੋਲ ਕੀ ਬਣ ਗਿਆ, 0 ਮੈਟ੍ਰਿਕਸ ਬਣ ਗਿਆ, ਠੀਕ ਹੈ। ਤਾਂ ਮਤਲਬ ਬਿਲਕੁਲ ਸਹੀ ਸੀਗਾ, ਪ੍ਰੂਫ ਆਪਾਂ ਕਰਕੇ ਦੇਖਿਆ ਕਿ ਜਦੋਂ ਮੈਂ C ਦਾ ਟਰਾਂਸਪੋਜ਼ A ਇੰਟੂ C ਲੈ ਲਾਂ ਤਾਂ ਹਮੇਸ਼ਾ ਹੀ ਮੇਰੇ ਕੋਲ ਕੀ ਬਣੇਗੀ ਜੀ, 0 ਮੈਟ੍ਰਿਕਸ ਬਣੇਗੀ। ਉਮੀਦ ਹੈ ਇਹ ਕਨਸੈਪਟ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਏਗਾ। ਜੇ ਨਹੀਂ ਹੋਇਆ ਤਾਂ ਦੁਬਾਰਾ ਇਸ ਵੀਡੀਓ ਨੂੰ ਰਿਪੀਟ ਕਰਕੇ ਦੇਖ ਲਿਓ, ਜਾਂ ਫਿਰ ਖੁਦ ਇੱਕ ਵਾਰੀ ਸੋਲਵ ਕਰਕੇ ਦੇਖ ਲਿਓ, ਚੰਗੀ ਤਰ੍ਹਾਂ ਕਲੀਅਰ ਹੋ ਜਾਊਗਾ, ਠੀਕ ਹੈ ਜੀ। ਨਹੀਂ ਫਿਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ, ਵੀ ਵਿਲ ਰਿਪੀਟ ਇਟ। ਨੈਕਸਟ ਅਗਰ ਆਪਾਂ ਗੱਲ ਕਰੀਏ, ਇਸ ਤੋਂ ਬਾਅਦ ਕਨਸੈਪਟ ਆਉਂਦਾ ਹੈ ਵੇਟ
ਸਿੰਗੂਲਰ ਤੇ ਨੋਨ ਸਿੰਗੂਲਰ ਦਾ। ਠੀਕ ਹੈ ਜੀ, ਨੋਨ ਸਿੰਗੂਲਰ ਤੇ ਸਿੰਗੂਲਰ ਮੈਟ੍ਰਿਸਿਸ ਕਿਹੜੀਆਂ ਹੁੰਦੀਆਂ ਨੇ। ਹੁਣ ਸਿੰਗੂਲਰ ਮੈਟ੍ਰਿਸਿਸ ਵੈਸੇ ਤਾਂ ਡਿਟਰਮੀਨੈਂਟ ਆਪਾਂ ਕਰਾਂਗੇ ਹਲੇ, ਬਟ ਸਟਿਲ ਇੱਕ ਵਾਰੀ ਸਿੰਗੂਲਰ ਤੇ ਨੋਨ ਸਿੰਗੂਲਰ ਪੁਆਇੰਟ ਆ ਗਿਆ ਤਾਂ ਚਲੋ ਦੇਖ ਲੈਂਦੇ ਹਾਂ। ਡਿਟਰਮੀਨੈਂਟ ਨਿਕਾਲਦੇ ਹੁੰਦੇ, ਡਿਟਰਮੀਨੈਂਟ ਕਿਵੇਂ ਨਿਕਲਦਾ ਹੁੰਦਾ, ਚਲੋ ਇਹਨੂੰ ਅੱਗੇ ਕਰਾਂਗੇ। ਜੇ ਡਿਟਰਮੀਨੈਂਟ ਕਰਾਂਗੇ ਤਾਂ ਸਿੰਗੂਲਰ ਤੇ ਨੋਨ ਸਿੰਗੂਲਰ ਹੋ ਜਾਏਗਾ। ਹੁਣ ਜੇ ਅਗਰ ਆਪਾਂ ਗੱਲ ਕਰੀਏ, ਜੇ ਤੁਸੀਂ ਪਹਿਲਾਂ ਵੀ ਕੀਤਾ ਹੋਇਆ, ਤਾਂ ਜੇਕਰ ਡਿਟਰਮੀਨੈਂਟ ਨੋਟ ਇਕੁਅਲ ਟੂ 0 ਆ ਜਾਏ ਤਾਂ ਉਹ ਕੀ ਹੁੰਦੀ ਹੈ, ਨੋਨ ਸਿੰਗੂਲਰ ਹੁੰਦੀ ਹੈ। ਠੀਕ ਹੈ ਜੀ, ਨੋਨ ਸਿੰਗੂਲਰ। ਜੇ ਡਿਟਰਮੀਨੈਂਟ ਇਕੁਅਲ ਟੂ 0 ਆ ਜਾਏ ਤਾਂ ਉਹ ਕੀ ਹੁੰਦੀ ਹੈ, ਸਿੰਗੂਲਰ ਹੁੰਦੀ ਹੈ। ਠੀਕ ਹੈ, ਤੇ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ। ਬਟ ਸਟਿਲ ਇਹਨੂੰ ਜਦੋਂ ਡਿਟਰਮੀਨੈਂਟ ਕਰਾਂਗੇ ਉਦੋਂ ਜ਼ਿਆਦਾ ਡਿਟੇਲ ਦੇ ਵਿੱਚ ਕਰਾਂਗੇ। ਹੁਣ ਜਸਟ ਇੱਕ ਵਾਰੀ ਓਵਰਵਿਊ ਲਿਆ ਸੀ। ਹਰਮਿਸ਼ਨ ਤੇ ਸਕਿਊ ਹਰਮਿਸ਼ਨ ਮੈਟ੍ਰਿਕਸ। ਹਰਮਿਸ਼ਨ ਤੇ ਸਕਿਊ ਹਰਮਿਸ਼ਨ ਮੈਟ੍ਰਿਕਸ ਕਿਹੜੀਆਂ ਹੁੰਦੀਆਂ ਨੇ। ਦੇਖੋ, ਸਿਮੈਟ੍ਰਿਕ ਤੇ ਸਕਿਊ ਸਿਮੈਟ੍ਰਿਕ ਦੀ ਤਰ੍ਹਾਂ ਹੀ ਹਰਮਿਸ਼ਨ ਤੇ ਸਕਿਊ ਹਰਮਿਸ਼ਨ ਹੁੰਦੀਆਂ ਨੇ। ਠੀਕ ਹੈ, ਉਹ ਆਪਾਂ ਦੇਖਦੇ ਹਾਂ ਕਿਵੇਂ। ਜਿਹੜੀ ਸਿਮੈਟ੍ਰਿਕ ਤੇ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਹੁੰਦੀ ਹੈ ਉਹਦੇ ਵਿੱਚ ਆਪਾਂ ਦੇਖਦੇ ਹੁੰਦੇ ਹਾਂ ਕਿ ਕਿਸੇ ਮੈਟ੍ਰਿਕਸ ਦਾ ਟਰਾਂਸਪੋਜ਼ ਕਰਕੇ ਉਹ ਮੈਟ੍ਰਿਕਸ ਆਉਂਦੀ ਹੈ ਜਾਂ ਉਸਦੇ ਨੈਗੇਟਿਵ 'ਚ ਆਉਂਦੀ ਹੈ। ਹਰਮਿਸ਼ਨ ਦੇ ਵਿੱਚ ਕੀ ਕਰਾਂਗੇ, ਟ੍ਰਾਂਜੂਗੇਟ ਕਰਾਂਗੇ। ਹੁਣ ਟ੍ਰਾਂਜੂਗੇਟ ਕੀ ਚੀਜ਼ ਹੁੰਦੀ ਹੈ, ਇੱਕ ਮਿੰਟ। ਪਹਿਲੀ ਗੱਲ ਤਾਂ ਟ੍ਰਾਂਜੂਗੇਟ ਨੂੰ ਰਿਪਰੈਜ਼ੈਂਟ ਕਰਦੇ ਹਾਂ ਆਪਾਂ ਇਸ ਤਰੀਕੇ ਨਾਲ, ਏ ਦੇ ਉੱਪਰ ਥੀਟਾ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਠੀਕ ਹੈ ਜੀ, ਤਾਂ ਆਪਾਂ ਕਹਿ ਸਕਦੇ ਹਾਂ ਕਿ ਏ ਦੇ ਉੱਪਰ ਥੀਟਾ ਮਤਲਬ ਏ ਦਾ ਟ੍ਰਾਂਜੂਗੇਟ। ਦੁਬਾਰਾ ਦੱਸ ਰਹੀ ਹਾਂ, ਟਰਾਂਸਪੋਜ਼ ਵੀ ਹੁੰਦਾ ਪਲੱਸ ਕੰਜੂਗੇਟ ਵੀ ਹੁੰਦਾ। ਠੀਕ ਹੈ, ਦੋਨੋਂ ਚੀਜ਼ਾਂ ਨੂੰ ਜਦੋਂ ਮੈਂ ਕੰਬਾਈਨ ਕਰ ਦਿੰਦੀ ਹਾਂ ਤਾਂ ਮੇਰੇ ਕੋਲ ਟ੍ਰਾਂਜੂਗੇਟ ਬਣਦਾ। ਠੀਕ ਹੈ, ਕਰਾਂਗੇ ਅੱਗੇ ਡਿਟੇਲ ਦੇ ਵਿੱਚ। 1 ਮਿੰਟ। ਤਾਂ ਮੇਰੇ ਕੋਲ ਕੀ ਬਣਦਾ ਜੀ, ਟ੍ਰਾਂਜੂਗੇਟ ਬਣਦਾ। ਅਤੇ ਟ੍ਰਾਂਜੂਗੇਟ ਨੂੰ ਮੈਂ ਰਿਪਰੈਜ਼ੈਂਟ ਕੁਛ ਇਸ ਤਰੀਕੇ ਨਾਲ ਕਰਦੀ ਹਾਂ। ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਇਸਦਾ ਜੋ ਕਰੀਏ ਹਰਮਿਸ਼ਨ ਲਈ ਕੀ ਹੋਏਗਾ, ਇਸਦਾ ਟ੍ਰਾਂਜੂਗੇਟ ਦੁਬਾਰਾ ਇਸੇ ਮੈਟ੍ਰਿਕਸ ਦੇ ਕੋਲ ਆ ਜਾਏਗਾ, ਜਾਂ ਫਿਰ ਸਕਿਊ ਹਰਮਿਸ਼ਨ ਦੇ ਵਿੱਚ ਕੀ ਹੋਏਗਾ, ਜਦੋਂ ਮੈਂ ਇਸਦਾ ਟ੍ਰਾਂਜੂਗੇਟ ਕਰੂੰਗੀ ਤਾਂ ਇਸਦੇ -a ਦੇ ਇਕੁਅਲ ਆ ਜਾਏਗਾ। ਠੀਕ ਹੈ, ਤਾਂ ਇਸ ਮੈਟ੍ਰਿਕਸ ਨੂੰ ਆਪਾਂ ਕੀ ਬੋਲਦੇ ਹਾਂ, ਹਰਮਿਸ਼ਨ। ਔਰ ਦੂਸਰੇ ਵਾਲੇ ਨੈਗੇਟਿਵ ਦੇ ਵਿੱਚ ਨੇ ਜੋ ਉਸ ਨੂੰ ਕੀ ਬੋਲਦੇ ਆ, ਸਕਿਊ ਹਰਮਿਸ਼ਨ। ਠੀਕ ਹੈ, ਫੋਰ ਐਗਜ਼ਾਮਪਲ, ਇੱਕ ਐਗਜ਼ਾਮਪਲ ਨਾਲ ਜ਼ਿਆਦਾ ਚੰਗੀ ਤਰ੍ਹਾਂ ਕਲੀਅਰ ਹੋ ਜਾਏਗਾ। ਫੋਰ ਐਗਜ਼ਾਮਪਲ, ਇੱਥੇ ਮੇਰੇ ਕੋਲ ਇੱਕ ਮੈਟ੍ਰਿਕਸ ਹੈ A B + ਆਈਟਾ C। ਇਹ ਮੇਰੇ ਕੋਲ ਆਈਟਾ ਹੈ। ਠੀਕ ਹੈ, ਇਸ ਚੀਜ਼ ਨੂੰ ਦੇਖ ਲਈ ਥੋੜ੍ਹਾ ਜਿਹਾ, B - ਆਈਟਾ C ਔਰ D। ਠੀਕ ਹੈ ਜੀ, ਹੁਣ ਜਦੋਂ ਮੈਂ ਇਸਦਾ ਟਰਾਂਸਪੋਜ਼ ਕਰਦੀ ਹਾਂ ਤਾਂ ਮੇਰੇ ਕੋਲ ਕੀ ਬਣਦਾ, ਇਹ ਚੀਜ਼ ਮੇਰੇ ਕੋਲ ਕੀ ਬਣ ਜਾਏਗੀ, A B + ਆਈਟਾ C। ਠੀਕ ਹੈ, ਔਰ ਇੱਧਰ ਮੇਰੇ ਕੋਲ ਬਣ ਜਾਏਗਾ B - ਆਈਟਾ C ਅਤੇ D। ਇਹ ਚੀਜ਼ ਬਣ ਗਈ। ਠੀਕ ਹੈ, ਹੁਣ ਇਹਦੇ ਵਿੱਚ ਜਦੋਂ ਮੈंने ਟਰਾਂਸਪੋਜ਼ ਕੀਤਾ ਤਾਂ ਮੇਰੇ ਕੋਲ ਦੁਬਾਰਾ ਉਹੀ ਮੈਟ੍ਰਿਕਸ, ਸੌਰੀ ਇੱਥੇ ਐਡੀਸ਼ਨ ਕਰ ਲਓ, ਤਾਂ ਮੇਰੇ ਕੋਲ ਦੁਬਾਰਾ ਉਹੀ ਮੈਟ੍ਰਿਕਸ ਆ ਗਈ। ਤਾਂ ਇਸਦਾ ਮਤਲਬ ਕੀ ਹੋ ਗਿਆ, ਕੰਜੂਗੇਟ ਇਹਦੇ ਵਿੱਚ ਕਰਾਂਗੇ ਤਾਂ ਇੱਥੇ ਮਾਈਨਸ ਹੀ ਹੋਏਗਾ। ਠੀਕ ਹੈ, ਹੁਣ ਕੰਜੂਗੇਟ ਕੀ ਹੁੰਦਾ, ਪਹਿਲਾਂ ਕੰਜੂਗੇਟ ਦੇਖ ਲੈਂਦੇ ਹਾਂ। ਕੰਜੂਗੇਟ ਦਾ ਮਤਲਬ ਹੋ ਜਾਂਦਾ, ਕੋਈ ਮੈਟ੍ਰਿਕਸ ਹੈ ਫੋਰ ਐਗਜ਼ਾਮਪਲ 2 + ਆਈਟਾ। ਠੀਕ ਹੈ, 3 ਆਈਟਾ 0 4 - ਆਈਟਾ। ਇਸਦਾ ਮੈंने ਕੰਜੂਗੇਟ ਕਰਨਾ ਹੈ। ਇਸਦਾ ਕੰਜੂਗੇਟ ਕਿਸ ਤਰੀਕੇ ਨਾਲ ਕਰਾਂਗੇ, ਇਸਦਾ ਕੰਜੂਗੇਟ ਕਰਦੇ ਸਮੇਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿ ਜੋ ਆਈਟਾ ਦੇ ਸਾਹਮਣੇ ਵਾਲਾ ਸਿੰਬਲ ਹੈ ਨਾ, ਸਿਰਫ ਆਈਟਾ ਦੇ ਸਾਹਮਣੇ ਵਾਲਾ ਸਿੰਬਲ ਉਸ ਨੂੰ ਚੇਂਜ ਕਰਨਾ ਹੈ। ਹੁਣ ਦੇਖੋ, ਫਸਟ ਦੇ ਵਿੱਚ ਕੀ ਹੈ, 2 ਹੈ। ਠੀਕ ਹੈ ਜੀ, 2, ਤਾਂ ਆਈਟਾ ਦੇ ਸਾਹਮਣੇ ਜੋ ਪਲੱਸ ਸੀ ਉਹ ਕਿਹਦੇ ਵਿੱਚ ਚੇਂਜ ਹੋ ਜਾਏਗਾ, ਮਾਈਨਸ ਦੇ ਵਿੱਚ। ਸਿਰਫ ਆਇਓਟਾ ਦਾ ਜੋ ਸਿੰਬਲ ਹੈ ਉਸ ਨੂੰ ਚੇਂਜ ਕਰਨਾ ਹੈ। ਦੁਬਾਰਾ ਦੱਸ ਰਹੀ ਹਾਂ, ਹੁਣ ਜਸਟ ਬਿਕੋਜ਼ ਇੱਥੇ 0 ਆਲਰੇਡੀ ਇੱਕ ਰੀਅਲ ਨੰਬਰ ਹੈ ਤਾਂ ਇਹਦੇ ਵਿੱਚ ਕੋਈ ਵੀ ਚੇਂਜ ਨਹੀਂ ਆਊਗਾ। ਹੁਣ ਅੱਗੇ ਦੇਖੋ, ਜੋ ਥਰਡ ਐਲੀਮੈਂਟ ਆਪਣੇ ਕੋਲ 3 ਆਇਓਟਾ। 3 ਆਇਓਟਾ ਕਿਹਦਾ, ਪੋਜ਼ੀਟਿਵ ਹੈ, ਕੁਛ ਨਹੀਂ ਹੈ ਮਤਲਬ ਪੋਜ਼ੀਟਿਵ ਹੈ, ਤਾਂ ਇਹ ਕਿਹਦੇ ਵਿੱਚ ਹੋ ਜਾਏਗਾ, ਨੈਗੇਟਿਵ ਹੋ ਜਾਏਗਾ। ਠੀਕ ਹੈ, ਔਰ ਮੈਂ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਇੱਥੇ ਮੇਰੇ ਕੋਲ 4 + ਆਇਓਟਾ ਹੋ ਜਾਏਗਾ। ਮੈंने ਸਿਰਫ ਆਇਓਟਾ ਵਾਲੇ ਜੋ ਸਿੰਬਲ ਨੇ ਉਹਨੂੰ ਚੇਂਜ ਕਰਨਾ ਹੈ, ਰੀਅਲ ਨੰਬਰ ਦਾ ਇਸ ਦੇ ਉੱਪਰ ਕੋਈ ਇਫੈਕਟ ਨਹੀਂ ਪੈਂਦਾ। ਇਸ ਨੂੰ ਆਪਾਂ ਕੀ ਬੋਲਦੇ ਹਾਂ, ਕੰਜੂਗੇਟ ਬੋਲਦੇ ਹਾਂ। ਠੀਕ ਹੈ, ਹੁਣ ਜਦੋਂ ਇਸ ਦੇ ਵਿੱਚ ਮੈंने ਟਰਾਂਸਪੋਜ਼ ਕੀਤਾ, ਟਰਾਂਸਪੋਜ਼ ਕਰਨ ਤੋਂ ਬਾਅਦ ਜਦੋਂ ਮੈਂ ਇਸਦਾ ਕੰਜੂਗੇਟ ਕਰੂੰਗੀ, ਦੇਖੋ ਰੀਅਲ ਨੰਬਰ ਦੇ ਉੱਪਰ ਕੋਈ ਇਫੈਕਟ ਨਹੀਂ ਹੈ, ਇਹ ਐਜ਼ ਇਟ ਇਜ਼ ਆ ਗਏ, ਬਟ ਇਹਨਾਂ ਦੇ ਉੱਪਰ ਚੇਂਜ ਆ ਜਾਏਗਾ। B ਇੱਥੇ ਆਇਓਟਾ ਦੀ ਨੈਗੇਟਿਵ ਸੀ ਤਾਂ ਪੋਜ਼ੀਟਿਵ ਹੋ ਜਾਏਗਾ, ਔਰ ਜੋ A ਐਲੀਮੈਂਟ ਹੈ ਇਸ ਦੇ ਵਿੱਚ ਪੋਜ਼ੀਟਿਵ ਸੀ ਤਾਂ ਕੀ ਹੋ ਜਾਏਗਾ, ਨੈਗੇਟਿਵ ਹੋ ਜਾਏਗਾ। ਇਹ ਮੈंने ਇਸਦਾ ਕੀ ਕੀਤਾ, ਕੰਜੂਗੇਟ ਕੀਤਾ ਹੈ। ਕਲੀਅਰ। ਤਾਂ ਹੁਣ ਦੇਖੋ, ਜਦੋਂ ਮੈंने ਟਰਾਂਸਪੋਜ਼ ਵੀ ਕੀਤਾ, ਟਰਾਂਸਪੋਜ਼ ਕਰਨ ਤੋਂ ਬਾਅਦ ਕੰਜੂਗੇਟ ਵੀ ਕੀਤਾ। ਠੀਕ ਹੈ, ਤਾਂ ਇਹ ਮੇਰੇ ਕੋਲ ਮੈਟ੍ਰਿਕਸ ਦੁਬਾਰਾ ਕਿਹਦੇ ਆਪਣੇ ਆਪ ਦੁਬਾਰਾ ਇਕੁਅਲ ਆ ਗਈ, ਸੇਮ ਐਲੀਮੈਂਟਸ ਬਣ ਗਏ। ਤਾਂ ਇਸਦਾ ਮਤਲਬ ਇਹ ਜੋ ਮੈਟ੍ਰਿਕਸ ਹੈ ਇਹ ਕਿਹੜੀ ਮੈਟ੍ਰਿਕਸ ਹੈ, ਹਰਮਿਸ਼ਨ ਮੈਟ੍ਰਿਕਸ। ਉਮੀਦ ਹੈ ਕੰਜੂਗੇਟ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਵੇਗਾ ਕਿ ਕੰਜੂਗੇਟ ਕੀ ਹੁੰਦਾ ਹੈ। ਠੀਕ ਹੈ, ਜਦੋਂ ਆਪਾਂ ਸਿਰਫ ਆਇਓਟਾ ਵਾਲੇ ਜੋ ਸਿੰਬਲ ਨੇ ਉਹਨਾਂ ਨੂੰ ਚੇਂਜ ਕਰਦੇ ਹਾਂ, ਪੋਜ਼ੀਟਿਵ ਟੂ ਨੈਗੇਟਿਵ, ਨੈਗੇਟਿਵ ਟੂ ਪੋਜ਼ੀਟਿਵ। ਠੀਕ ਹੈ, ਅਤੇ ਜਦੋਂ ਦੋਨਾਂ ਨੂੰ ਇਕੱਠੇ ਲੈ ਕੇ ਚੱਲਦੇ ਹਾਂ ਤਾਂ ਵਾਪਸ ਉਹੀ ਮੈਟ੍ਰਿਕਸ ਆ ਜਾਏ। ਠੀਕ ਹੈ, ਉਹ ਕੀ ਹੋ ਜਾਂਦੀ ਹੈ, ਹਰਮਿਸ਼ਨ ਮੈਟ੍ਰਿਕਸ ਹੋ ਜਾਂਦੀ ਹੈ। ਜੇ ਇਹੀ ਮੈਟ੍ਰਿਕਸ ਆਉਂਦੀ ਹੈ ਬਟ ਨੈਗੇਟਿਵ ਦੇ ਵਿੱਚ ਆਉਂਦੀ ਤਾਂ ਉਹ ਮੇਰੇ ਕੋਲ ਕੀ ਬਣ ਜਾਂਦੀ ਜੀ, ਸਕਿਊ ਹਰਮਿਸ਼ਨ ਮੈਟ੍ਰਿਕਸ ਬਣ ਜਾਂਦੀ, ਕੁਝ ਇਸ ਤਰੀਕੇ ਨਾਲ। ਠੀਕ ਹੈ,
ਉਮੀਦ ਹੈ ਇਹ ਚੀਜ਼ ਤੁਹਾਨੂੰ ਕਲੀਅਰ ਹੋ ਗਈ ਹੋਏਗੀ। ਥੋੜਾ ਹੋਰ ਇਸ ਨੂੰ ਫਾਰਮਲ ਵੇ ਦੇ ਵਿੱਚ ਕਰਦੇ ਹਾਂ। ਜੇਕਰ ਇਸ ਨੂੰ ਮੈਂ AIJ ਦੀ ਫਾਰਮ ਦੇ ਵਿੱਚ ਲਿਖਣਾ ਹੋਵੇ ਤਾਂ AIJ ਦੀ ਫਾਰਮ ਦੇ ਵਿੱਚ ਇਸ ਨੂੰ ਕਿਵੇਂ ਲਿਖਿਆ ਜਾ ਸਕਦਾ ਹੈ? ਆਪਾਂ ਇਹ ਕਹਿ ਸਕਦੇ ਹਾਂ ਕਿ AIJ ਕਿਸ ਇਕੁਅਲ ਹੋਏਗਾ? ਉਸੇ ਐਲੀਮੈਂਟ ਦੇ ਕੰਜੂਗੇਟ ਦੇ ਇਕੁਅਲ ਹੋਏਗਾ। ਠੀਕ ਹੈ ਜੀ, ਉਮੀਦ ਹੈ ਇਹ ਚੀਜ਼ ਕਲੀਅਰ ਹੋ ਗਈ ਹੋਏਗੀ। ਉਸ ਤੋਂ ਬਾਅਦ ਸੌਰੀ AJI ਆਏਗਾ ਇੱਥੇ, ਕਿਉਂਕਿ ਜਦੋਂ ਆਪਾਂ ਟਰਾਂਸਪੋਜ਼ ਕਰਤਾ ਤਾਂ ਐਲੀਮੈਂਟ ਦੀ ਜੋ ਪੋਜੀਸ਼ਨ ਸੀ ਉਹ ਚੇਂਜ ਹੋ ਗਈ, ਔਰ ਉਸ ਤੋਂ ਬਾਅਦ ਜੋ ਇਹ ਮੈंने ਬਾਹਰ ਲਗਾਈ ਹੈ ਇਹਦਾ ਮਤਲਬ ਹੋ ਗਿਆ ਕੰਜੂਗੇਟ। ਐਲੀਮੈਂਟ ਦੀ ਪੋਜੀਸ਼ਨ ਚੇਂਜ ਹੋਣਾ ਕਿਹਨੂੰ ਰਿਪਰੈਜ਼ੈਂਟ ਕਰਦਾ ਹੈ? ਟਰਾਂਸਪੋਜ਼ ਨੂੰ। ਠੀਕ ਹੈ, ਇਸ ਨੂੰ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ। ਔਰ ਉਸ ਦੇ ਉੱਪਰ ਜੋ ਬਾਹਰ ਲਗਾਤੀ ਉਹ ਕਿਹਨੂੰ ਰਿਪਰੈਜ਼ੈਂਟ ਕਰਦਾ ਹੈ? ਕੰਜੂਗੇਟ ਨੂੰ। ਔਰ ਵਾਪਸ ਮੇਰੇ ਕੋਲ ਉਹੀ ਐਲੀਮੈਂਟ ਆ ਰਿਹਾ ਤਾਂ ਇਹਦਾ ਮਤਲਬ ਉਹ ਕੀ ਬਣ ਗਿਆ? ਹਰਮਿਸ਼ਨ ਬਣ ਗਿਆ। ਠੀਕ ਹੈ, ਨੈਕਸਟ ਅਗਰ ਗੱਲ ਕਰਾਂ, ਜੇਕਰ ਟਰਾਂਸਪੋਜ਼ ਕਰਨ ਤੋਂ ਬਾਅਦ ਜਾਂ ਆਹ ਕਰਨ ਤੋਂ ਬਾਅਦ ਕੀ ਕਹਿੰਦੇ ਨੇ, ਕੰਜੂਗੇਟ ਕਰਨ ਤੋਂ ਬਾਅਦ ਮੇਰੇ ਕੋਲ ਕੀ ਆ ਜਾਵੇ? ਨੈਗੇਟਿਵ ਦੇ ਵਿੱਚ ਆ ਜਾਵੇ ਤਾਂ ਮਤਲਬ ਉਹ ਕੀ ਬਣ ਗਿਆ ਜੀ? ਮੇਰੇ ਕੋਲੇ ਸਕਿਊ ਹਰਮਿਸ਼ਨ ਬਣ ਗਿਆ। ਠੀਕ ਹੈ, ਸਕਿਊ ਹਰਮਿਸ਼ਨ ਨੂੰ ਹੋਰ ਕਿੱਦਾਂ ਲਿਖ ਸਕਦੇ ਹਾਂ? ਅਗਰ ਮੈਂ ਇਹ ਦੀ ਫਾਰਮ ਦੇ ਵਿੱਚ ਲਿਖਣਾ ਚਾਹਾਂ ਤਾਂ AIJ ਕੀ ਹੋਏਗਾ? -AJ I ਦਾ ਹਰਮਿਸ਼ਨ। ਕਿਉਂਕਿ ਨੈਗੇਟਿਵ ਦੇ ਵਿੱਚ ਆਏਗਾ ਤਾਂ ਮਾਈਨਸ ਲਿਖਾਂਗੇ, ਟਰਾਂਸਪੋਜ਼ ਕੀਤਾ ਉਹਦੇ ਲਈ ਪੋਜੀਸ਼ਨ ਚੇਂਜ ਹੋ ਗਈ, ਔਰ ਕੰਜੂਗੇਟ ਨਾਲ ਹੁੰਦਾ ਤਾਂ ਉਹ ਚੀਜ਼ ਹੋ ਗਈ। ਠੀਕ ਹੈ, ਮਤਲਬ ਜਦੋਂ ਮੈਂ ਟਰਾਂਸਪੋਜ਼ ਕਰਕੇ ਉਸਦਾ ਕੰਜੂਗੇਟ ਕਰ ਰਹੀ ਹਾਂ ਤਾਂ ਮੇਰੇ ਕੋਲ ਮਾਈਨਸ ਦੇ ਵਿੱਚ ਇਕੁਅਲ ਟੂ ਆ ਰਿਹਾ ਹੈ, ਤਾਂ ਮੇਰੇ ਕੋਲ ਕੀ ਬਣ ਜਾਏਗਾ? ਸਕਿਊ ਹਰਮਿਸ਼ਨ ਮੈਟ੍ਰਿਕਸ ਹੋਏਗੀ। ਕਲੀਅਰ? ਉਮੀਦ ਹੈ ਇਹ ਕੰਸੈਪਟ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਏਗਾ। ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਹੈ ਜੋ ਇੰਪੋਰਟੈਂਟ ਹੈ, ਉਹ ਪੁਆਇੰਟ ਤੁਸੀਂ ਨੋਟ ਕਰ ਲਓ ਤਾਂ ਚੰਗੀ ਗੱਲ ਹੈ ਕਿ ਜੋ ਹਰਮਿਸ਼ਨ ਮੈਟ੍ਰਿਕਸ ਹੁੰਦੀ ਹੈ ਉਸਦੇ ਜੋ ਡਾਇਗਨਲ ਐਲੀਮੈਂਟਸ ਹੁੰਦੇ ਨੇ, ਦੇਖੋ ਇੱਥੇ ਤੁਸੀਂ ਡਾਇਗਨਲ ਐਲੀਮੈਂਟਸ ਮੈंने ਇੱਥੇ ਐਗਜ਼ਾਮਪਲ ਲਈ ਸੀ ਹਰਮਿਸ਼ਨ ਮੈਟ੍ਰਿਕਸ ਦੀ, ਤਾਂ ਇੱਥੇ ਜੋ ਡਾਇਗਨਲ ਐਲੀਮੈਂਟਸ ਨੇ ਇਹ ਮੇਰੇ ਕੋਲ ਕੀ ਨੇ? ਰੀਅਲ ਨੇ। ਠੀਕ ਹੈ, ਦੁਬਾਰਾ ਦੱਸ ਰਹੀ ਹਾਂ, ਜੋ ਆਪਣੇ ਕੋਲ ਹਰਮਿਸ਼ਨ ਮੈਟ੍ਰਿਕਸ ਹੁੰਦੀ ਹੈ ਉਸਦੇ ਜੋ ਡਾਇਗਨਲ ਐਲੀਮੈਂਟਸ ਹੁੰਦੇ ਨੇ ਉਹ ਕੀ ਹੁੰਦੇ ਨੇ ਜੀ? ਰੀਅਲ ਹੁੰਦੇ ਨੇ। ਰੀਅਲ। ਠੀਕ ਹੈ, ਬਟ ਜੋ ਸਕਿਊ ਹਰਮਿਸ਼ਨ ਮੈਟ੍ਰਿਕਸ ਹੁੰਦੀ ਹੈ, ਸਕਿਊ ਹਰਮਿਸ਼ਨ ਦੇ ਜੋ ਡਾਇਗਨਲ ਐਲੀਮੈਂਟਸ ਹੁੰਦੇ ਨੇ ਉਹ ਕੀ ਹੁੰਦੇ ਨੇ? ਇਮੇਜਨਰੀ ਹੁੰਦੇ ਨੇ। ਜਿਹੜੇ ਆਇਓਟਾ ਦੀ ਫਾਰਮ ਦੇ ਵਿੱਚ ਨੰਬਰਸ ਹੁੰਦੇ ਨੇ ਨਾ, +1 ਦੇ ਵਿੱਚ ਆਪਾਂ ਪੜ੍ਹਿਆ ਸੀ ਕੰਪਲੈਕਸ ਨੰਬਰ, ਜਾਂ ਫਿਰ ਇੱਥੇ ਮਾਸਟਰ ਕੈਡ ਦੇ ਵਿੱਚ ਵੀ ਆਪਾਂ ਟੋਟਲੀ ਡਿਟੇਲ ਦੇ ਵਿੱਚ ਪੜਾਂਗੇ ਕੰਪਲੈਕਸ ਨੰਬਰ ਨੂੰ। ਠੀਕ ਹੈ, ਤਾਂ ਜੋ ਆਇਓਟਾ ਦੀ ਫਾਰਮ ਦੇ ਵਿੱਚ ਨੰਬਰਸ ਹੁੰਦੇ ਨੇ ਉਹਨਾਂ ਨੂੰ ਕੰਪਲੈਕਸ ਨੰਬਰ ਬੋਲਿਆ ਜਾਂਦਾ ਹੈ ਜਾਂ ਇਮੇਜਨਰੀ ਬੋਲਿਆ ਜਾਂਦਾ ਹੈ। ਠੀਕ ਹੈ, ਤਾਂ ਇਮੇਜਨਰੀ ਹੋ ਸਕਦੇ ਨੇ। ਇਮੇਜਨਰੀ ਦਾ ਮਤਲਬ ਇਹ ਹੋ ਗਿਆ ਸਿਰਫ ਆਇਓਟਾ ਵਾਲੇ। ਜਿਵੇਂ ਇੱਥੇ ਮੇਰੇ ਕੋਲ ਕੀ ਸੀਗਾ? ਇਹ ਵਾਲਾ ਜੋ ਨੰਬਰ ਸੀਗਾ, ਠੀਕ ਹੈ, 1 ਮਿੰਟ, ਇਹ ਵਾਲਾ ਜੋ ਨੰਬਰ ਸੀਗਾ ਇਹ ਮੇਰੇ ਕੋਲ ਕੀ ਸੀਗਾ? ਇਮੇਜਨਰੀ ਨੰਬਰ ਸੀਗਾ, ਕਿਉਂਕਿ ਇਹਦੇ ਵਿੱਚ ਓਨਲੀ ਸਿਰਫ ਕਿਹੜਾ ਪਾਰਟ ਹੈ? ਆਇਓਟਾ ਦਾ ਪਾਰਟ ਹੈ, ਰੀਅਲ ਨੰਬਰ ਇਹਦੇ ਵਿੱਚ ਨਹੀਂ ਹੈ। ਬਟ ਇਹਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਰੀਅਲ ਵੀ ਹੈ ਔਰ ਇਮੇਜਨਰੀ ਵੀ ਹੈ। ਆਇਓਟਾ ਵਾਲੇ ਪਾਰਟ ਨੂੰ ਇਮੇਜਨਰੀ ਬੋਲਦੇ हैं, दूसरे पार्ट ਨੂੰ ਰੀਅਲ ਬੋਲਦੇ हैं, ਔਰ ਦੋਨਾਂ ਦੇ ਆਪਾਂ ਕਹਿ ਸਕਦੇ ਹਾਂ ਕੰਬੀਨੇਸ਼ਨ ਨੂੰ ਕੀ ਬੋਲਦੇ हैं? ਕੰਪਲੈਕਸ ਨੰਬਰ ਬੋਲਦੇ हैं। ਠੀਕ ਹੈ ਜੀ, ਹੁਣ ਇੱਥੇ ਮੈਂ ਗੱਲ ਕਰ ਰਹੀ ਸੀ ਕਿ ਇਮੇਜਨਰੀ ਹੋ ਸਕਦੇ हैं ਜਾਂ ਫਿਰ ਡਾਇਗਨਲ ਐਲੀਮੈਂਟ ਕੀ ਹੋ ਸਕਦੇ हैं? ਜ਼ੀਰੋ ਹੋ ਸਕਦੇ हैं। ਇਸ ਚੀਜ਼ ਨੂੰ ਆਪਣੇ ਮਾਈਂਡ ਦੇ ਵਿੱਚ ਰੱਖੋ ਕਿ ਜੋ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਹੁੰਦੀ ਹੈ ਉਹਦੇ ਡਾਇਗਨਲ ਐਲੀਮੈਂਟਸ ਕੀ ਹੁੰਦੇ ਆ? ਜ਼ੀਰੋ। ਬਟ ਇੱਥੇ ਹਰਮਿਸ਼ਨ ਦੀ ਗੱਲ ਕਰ ਰਹੇ ਹਾਂ। ਹਰਮਿਸ਼ਨ, ਅਗਰ ਤੁਹਾਡੇ ਕੋਲ ਸਿੰਪਲ ਹਰਮਿਸ਼ਨ ਮੈਟ੍ਰਿਕਸ ਹੈ ਤਾਂ ਉਸਦੇ ਡਾਇਗਨਲ ਐਲੀਮੈਂਟਸ ਕੀ ਹੋਣਗੇ? ਰੀਅਲ ਹੋਣਗੇ। ਠੀਕ ਹੈ, ਅਗਰ ਸਕਿਊ ਹਰਮਿਸ਼ਨ ਮੈਟ੍ਰਿਕਸ ਹੈ ਤਾਂ ਉਸਦੇ ਡਾਇਗਨਲ ਐਲੀਮੈਂਟ ਇਮੇਜਨਰੀ ਵੀ ਹੋ ਸਕਦੇ हैं और ਜ਼ੀਰੋ ਵੀ ਹੋ ਸਕਦੇ हैं। ਠੀਕ ਹੈ ਜੀ, ਫੋਰ ਐਗਜ਼ਾਮਪਲ ਇੱਥੇ ਮੈਂ ਕੋਈ ਵੀ ਇੱਕ ਮੈਟ੍ਰਿਕਸ ਲੈ ਲਾਂ, 0 2 ਮਾਈਨਸ ਆਇਓਟਾ। ਠੀਕ ਹੈ, ਇਹ ਚੀਜ਼ ਆ ਜਾਂਦੀ ਹੈ। ਤਾਂ ਇਹ ਦੇਖੋ ਇਹਦੇ ਡਾਇਗਨਲ ਐਲੀਮੈਂਟਸ ਕੀ ਹੈ? ਮੇਰੇ ਕੋਲ 0 ਹੈ। ਤੁਸੀਂ ਇਹਦਾ ਟਰਾਂਸਪੋਜ਼ ਕਰੋ, ਇਹਦਾ ਕੰਜੂਗੇਟ ਕਰੋ, ਦੇਖੋ ਕਿ ਇਹ ਸਕਿਊ ਹਰਮਿਸ਼ਨ ਹੈ ਜਾਂ ਨਹੀਂ ਹੈ, ਤਾਂ ਤੁਹਾਨੂੰ ਰਿਜ਼ਲਟ ਮਿਲੇਗਾ ਕਿ ਇਹ ਸਕਿਊ ਹਰਮਿਸ਼ਨ ਹੈ, ਕਿਉਂਕਿ ਇਸਦੇ ਡਾਇਗਨਲ ਐਲੀਮੈਂਟਸ ਕੀ ਹਨ? 0। ਜੋ ਤੁਸੀਂ ਇਹਦਾ ਟਰਾਂਸਪੋਜ਼ ਤੇ ਕੰਜੂਗੇਟ ਕਰੋਗੇ ਤਾਂ ਉਹ ਕੀ ਹੋਏਗਾ? ਕੀ ਕਹਿ ਸਕਦੇ ਆਪਾਂ? ਹੋਏਗਾ ਆਪਣੇ ਕੋਲੇ ਸਕਿਊ ਹਰਮਿਸ਼ਨ। ਠੀਕ ਹੈ ਜੀ, ਨੈਕਸਟ ਅਗਰ ਆਪਾਂ ਗੱਲ ਕਰੀਏ ਇਸ ਤੋਂ ਬਾਅਦ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਹਾਂ, ਜਿਵੇਂ 3 ਆਇਓਟਾ, 3 + 2 ਆਇਓਟਾ, 1 ਮਾਈਨਸ ਆਇਓਟਾ, -3 + 2 ਆਇਓਟਾ। ਠੀਕ ਹੈ ਜੀ, -2 ਆਇਓਟਾ, 2 - 4 ਆਇਓਟਾ, -1 ਮਾਈਨਸ ਆਇਓਟਾ, -2 -4 ਆਇਓਟਾ ਤੇ 0। ਹੁਣ ਇੱਥੇ ਜੇਕਰ ਬਾਕੀ ਐਲੀਮੈਂਟਸ ਨੂੰ ਛੱਡੋ, ਠੀਕ ਹੈ, ਇੱਥੇ ਜੇਕਰ ਮੈਂ ਸਿਰਫ ਡਾਇਗਨਲ ਐਲੀਮੈਂਟਸ ਦੇਖਾਂ, ਮੇਰੇ ਕੋਲ 0 ਵੀ ਹੈ ਔਰ ਇਮੇਜਨਰੀ ਵੀ ਹੈ। ਇਮੇਜਨਰੀ ਤੇ 0, ਤਾਂ ਮਤਲਬ ਇਹ ਵੀ ਕੀ ਹੋਏਗੀ? ਸਕਿਊ ਹਰਮਿਸ਼ਨ। ਠੀਕ ਹੈ, ਉਮੀਦ ਹੈ ਤੁਹਾਨੂੰ ਕਨਸੈਪਟ ਕਲੀਅਰ ਹੋ ਗਿਆ ਹੋਏਗਾ ਕਿ ਇਮੇਜਨਰੀ ਤੇ 0 ਮੈਂ ਕਿਸ ਤਰੀਕੇ ਨਾਲ ਕਹਿ ਰਹੀ ਹਾਂ। ਅੱਗੇ ਅਗਰ ਆਪਾਂ ਵਧੀਏ, ਇਸ ਤੋਂ ਬਾਅਦ ਜੋ ਮੈਟ੍ਰਿਕਸ ਆਉਂਦੀ ਹੈ ਉਹ ਮੈਟ੍ਰਿਕਸ ਹੈ ਔਰਥੋਗੋਨਲ ਮੈਟ੍ਰਿਕਸ। ਇੰਪੋਰਟੈਂਟ ਹੈ। ਔਰਥੋਗੋਨਲ ਮੈਟ੍ਰਿਕਸ ਕਿਹੜੀ ਹੁੰਦੀ ਹੈ? ਦੇਖੋ ਇੱਥੇ ਨਾਮ ਲਿਖਿਆ ਵੀ ਹੋਇਆ ਸੀ, ਔਰਥੋਗੋਨਲ ਮੈਟ੍ਰਿਕਸ। ਔਰਥੋਗੋਨਲ ਮੈਟ੍ਰਿਕਸ ਕਿਹੜੀ ਹੁੰਦੀ ਹੈ ਜੀ? ਉਹ ਮੈਟ੍ਰਿਕਸ ਜਦੋਂ ਮੈਂ ਉਸਨੂੰ ਮਲਟੀਪਲਾਈ ਕਰਦਾ
ਉਸਦੇ ਹੀ ਟਰਾਂਸਪੋਜ਼ ਨਾਲ ਤੇ ਮੇਰੇ ਕੋਲ ਰਿਜ਼ਲਟ ਦੇ ਵਿੱਚ ਆ ਜੇ ਆਈਡੈਂਟਿਟੀ, ਠੀਕ ਹੈ, ਤਾਂ ਉਸਨੂੰ ਮੈਂ ਕੀ ਬੋਲਦੀ ਹਾਂ? ਆਰਥੋਗੋਨਲ ਮੈਟ੍ਰਿਕਸ ਬੋਲਦੀ ਹਾਂ। ਆਰਥੋਗੋਨਲ ਮੈਟ੍ਰਿਕਸ ਦੀ ਡੈਫੀਨੇਸ਼ਨ ਤੁਹਾਡੇ ਸਾਹਮਣੇ ਹੈ ਕਿ ਜਦੋਂ ਆਪਾਂ ਮਲਟੀਪਲਾਈ ਕਰੀਏ ਕਿਸੇ ਮੈਟ੍ਰਿਕਸ ਨੂੰ ਉਸੇ ਦੇ ਟਰਾਂਸਪੋਜ਼ ਦੇ ਵਿੱਚ ਔਰ ਆਪਣੇ ਕੋਲ ਰਿਜ਼ਲਟ ਦੇ ਵਿੱਚ ਕੀ ਆਵੇ? ਆਈਡੈਂਟਿਟੀ ਆਵੇ, ਤਾਂ ਉਹ ਮੈਟ੍ਰਿਕਸ ਕਿਹੜੀ ਹੁੰਦੀ ਹੈ? ਆਰਥੋਗੋਨਲ ਮੈਟ੍ਰਿਕਸ ਹੁੰਦੀ ਹੈ। ਫੋਰ ਐਗਜ਼ਾਮਪਲ ਤੁਹਾਡੇ ਸਾਹਮਣੇ ਕੋਈ ਮੈਟ੍ਰਿਕਸ ਹੈ ਕੋਸ ਥੀਟਾ, ਕੋਸ ਅਲਫਾ, ਸੌਰੀ ਸਾइन अल्फा, ठीक है जी, माइनस साइन अल्फा और कोस अल्फा, ठीक है। मैंने ਤੁਹਾਨੂੰ ਕਿਹਾ ਕਿ ਉਸ ਨੂੰ ਮਲਟੀਪਲਾਈ ਕੀਤੀ ਜਾਵੇ ਉਸੇ ਦੇ ਟਰਾਂਸਪੋਜ਼ ਦੇ ਨਾਲ। ਪਹਿਲਾਂ ਤਾਂ ਇਸ ਨੂੰ ਥੋੜਾ ਸਹੀ ਤਰੀਕੇ ਨਾਲ ਲਿਖਦੇ ਹਾਂ, ਮੇਰੀ ਰਾਈਟਿੰਗ ਹੀ ਬਹੁਤ ਇੰਨੀ ਜ਼ਿਆਦਾ ਸਾਫ਼ ਹੈ ਕਿ ਕੋਸ ਅਲਫਾ, ਲੋ ਜੀ ਤਾਂ ਹੋਰ ਗੰਦੀ ਹੋ ਗਈ, ਕੋਸ ਅਲਫਾ, ਠੀਕ ਹੈ ਜੀ, ਮਾਈਨਸ ਸਾइन अल्फा ਤੇ ਕੋਸ ਅਲਫਾ। ਹੁਣ ਜਦੋਂ ਮੈਂ ਇਸ ਨੂੰ ਮਲਟੀਪਲਾਈ ਕਰਾਂ ਇਸ ਦੇ ਟਰਾਂਸਪੋਜ਼ ਦੇ ਨਾਲ, ਤਾਂ ਇਸ ਦਾ ਟਰਾਂਸਪੋਜ਼ ਦੇਖੀਏ ਪਹਿਲਾਂ ਕੀ ਹੋਏਗਾ? ਇਸ ਦਾ ਟਰਾਂਸਪੋਜ਼ ਹੋਏਗਾ कोस माइनस साइन, क्योंकि जो रो है कॉलम बन जाएगा और जो कॉलम है वो की बन जाएगा? रो बन जाएगा, ठीक है जी। हुण जो तुसीं इन्हां दी मल्टीप्लाई करोगे ना तो तुहाडे कोल की आएगा? कुछ इस तरीके नाल आएगा कि कोस स्क्वायर प्लस साइन स्क्वायर, ठीक है, 0 0 कोस स्क्वायर प्लस साइन स्क्वायर। और आपां नूं पता है कि कोस स्क्वायर अल्फा प्लस साइन स्क्वायर अल्फा किहदे इक्वल हुंदा? 1 दे इक्वल हुंदा। तो तुहाडे कोल की बन जाएगी? आइडेंटिटी बन जाएगी। जो आइडेंटिटी बन गई तो मतलब ये मैट्रिक्स की होगी? ऑर्थोगोनल मैट्रिक्स होगी। उम्मीद है क्लीयर हो गया होगा। पहला मैंने ट्रांसपोज किया, फिर उसनूं उहदे नाल ही की करता? मल्टीप्लाई करता। अगर मल्टीप्लाई करके मेरे को वही मैट्रिक्स आ जाती, सॉरी आइडेंटिटी मैट्रिक्स आ जाती है, दैन दैट इज़ नोन एज ऑर्थोगोनल मैट्रिक्स, ठीक है। क्वेश्चन आ जाता है, एक मैट्रिक्स दे देंगे ने तो कहते हैं कि चैक करो इन्हां दे विच किहड़ी है। नीचे तुहानूं ऑप्शन दित्तियां हुंदियां ने हरमिशियन, स्क्यू सिमेट्रिक, ऑर्थोगोनल ਜਾਂ यूनिटरी मैट्रिक्स, ਤਾਂ ਉੱਥੇ ਆਪਾਂ ਨੂੰ ਚੈੱਕ ਕਰਨਾ ਪੈਂਦਾ। ਅਗਰ ਆਪਾਂ ਨੂੰ ਪ੍ਰੋਪਰਲੀ ਥਿਊਰੀ ਨਹੀਂ ਕਲੀਅਰ ਤਾਂ ਆਪਾਂ ਉਸ ਨੂੰ ਨਹੀਂ ਚੈੱਕ ਕਰ ਪਾਵਾਂਗੇ ਕਿ ਉਹ ਕਿਹੜੀ ਮੈਟ੍ਰਿਕਸ ਹੈ। ਕਲੀਅਰ। ਨੈਕਸਟ ਅਗਰ ਆਪਾਂ ਗੱਲ ਕਰੀਏ, ਇਸ ਤੋਂ ਬਾਅਦ ਤੁਹਾਡੇ ਕੋਲ ਆਉਂਦਾ ਅਡਿੰਪੋਟੈਂਟ ਮੈਟ੍ਰਿਕਸ। ਹੁਣ ਇਹ ਕਿਹੜੀ ਮੈਟ੍ਰਿਕਸ ਹੁੰਦੀ ਹੈ? ਉੱਪਰ ਜਦੋਂ ਆਪਾਂ ਕਰਕੇ ਆਏ ਸੀ ਕੁਝ ਪੁਆਇੰਟਸ ਵੀ ਇਹਦੇ ਨਾਲ ਨੋਟ ਕਰ ਲਓ, ਠੀਕ ਹੈ। ਇੱਕ फर्स्ट पॉइंट तो यही हो जाता है कि कोई भी यूनिट मैट्रिक्स, मतलब कोई भी आइडेंटिटी ले लो, 2x2 की ले लो, 3x3 की ले लो, 4x4 की ले लो, वो हमेशा की होगी? ऑर्थोगोनल मैट्रिक्स होगी ही होगी। क्यों? थोड़ा जिहा इहनूं प्रैक्टिकल होकर सोचो। मैंने एक आइडेंटिटी लई, उसका ट्रांसपोज करता, ठीक है, उसका ट्रांसपोज करके उसदे नाल की कीती? मल्टीप्लाई की। हुण इसका मैं ट्रांसपोज लिख रही हाँ, इसका मैं ट्रांसपोज करूँगी तो मैंने कोई फर्क नहीं पऊगा, वापस वही मैट्रिक्स आ जूगी। ਹੁਣ ਆਈਡੈਂਟਿਟੀ ਨਾਲ ਮਲਟੀਪਲਾਈ ਕਰੋਗੇ ਤਾਂ ਵਾਪਸ ਆਈਡੈਂਟਿਟੀ ਹੀ ਆਣੀ ਹੈ। ਤਾਂ ਕੋਈ ਮਰਜ਼ੀ ਯੂਨਿਟ ਮੈਟ੍ਰਿਕਸ ਲੈ ਕੇ ਦੇਖ ਲਓ 2x2 3x3 ਦੀ, ਤਾਂ ਤੁਹਾਡੇ ਕੋਲ ਵਾਪਸ ਆਈਡੈਂਟਿਟੀ ਹੀ ਆ ਜੂਗੀ। ਤਾਂ ਮਤਲਬ ਹਰ ਇੱਕ ਯੂਨਿਟ ਮੈਟ੍ਰਿਕਸ ਕੀ ਹੁੰਦੀ ਹੈ ਜੀ? ਉਹ ਹੁੰਦੀ ਹੈ ਆਰਥੋਗੋਨਲ ਮੈਟ੍ਰਿਕਸ ਹੁੰਦੀ ਹੈ। ਕਲੀਅਰ। ਫਸਟ ਪੁਆਇੰਟ ਕਲੀਅਰ ਹੋ ਗਿਆ ਹੋਏਗਾ ਕਿ ਅਗਰ ਆ ਜਾਂਦਾ ਜੋ ਆਪਣੇ ਕੋਲ ਯੂਨਿਟ ਮੈਟ੍ਰਿਕਸ ਹੈ ਉਹ ਕੀ ਹੁੰਦੀ ਹੈ? ਆਰਥੋਗੋਨਲ ਮੈਟ੍ਰਿਕਸ ਹੁੰਦੀ ਹੀ ਹੁੰਦੀ ਹੈ। और अगर तुसीं डिटर्मिनेंट कड्ढण लग जाने हो ना, डिटर्मिनेंट वैसे आप आगे क्लीयर करांगे। डिटर्मिनेंट अगर निकालते हो ऑर्थोगोनल मैट्रिक्स का, वो जां तां 1 आएगा ਜਾਂ फिर -1 आएगा। इन्हां दोनों तो इलावा किसी भी ऑर्थोगोनल मैट्रिक्स का डिटर्मिनेंट नहीं आएगा। किसी ऑर्थोगोनल मैट्रिक्स का डिटर्मिनेंट निकाल रहे हो, वो जां तां 1 आएगा, जाके आएगा -1 आएगा। हुण यही किवें यूज़ किया जा सकता? एग्जाम दे विच मैट्रिक्स देती, आपने चैक करना है कि वो ऑर्थोगोनल है या नहीं है, तो होर भी बहुत सारी ऑप्शनस अपन दे रखिया ने, ठीक है। हुण मेरे अकॉर्डिंग शायद ये जो कॉन्सैप्ट है, ये जो पूरा का पूरा प्रोसैस है, कितने कितने कैलकुलेशन ये अपन मिलेगी, ठीक है। थोड़ा जिहा लेंथी भी हो सकता अगर 3x3 की मैट्रिक्स देती तो, ठीक है। तो लेंथी तो ओबीअसली जाऊगा। तो उस तो बाद अगर आप गल करिए, जेकर तुहानूं डिटर्मिनेंट प्रॉपरली आंदा सीखांगे ओबीअसली, तो डिटर्मिनेंट निकाल के देख लो, जो तो वो 1 ਜਾਂ -1 आ रहा है, दैट्स मीन वो किहड़ी मैट्रिक्स है? ऑर्थोगोनल मैट्रिक्स है, ठीक है जी। नैक्सट अगर आप गल करिए अडिंपोटेंट मैट्रिक्स किहड़ी है? अडिंपोटेंट मैट्रिक्स किहड़ी हुंदी है? जो मैं किसी मैट्रिक्स का स्क्वेयर करा तो वापस मेरे को वही मैट्रिक्स आ जाए। फॉर एग्जाम्पल मैं आइडेंटिटी का स्क्वेयर करा तो मेरे को वापस आइडेंटिटी ही आ जाती है, तो मेरे को किहड़ी मैट्रिक्स हुंदी है? अडिंपोटेंट मैट्रिक्स हुंदी है, ठीक है। दोबारा इन्हां दे जो नेम ने वो चंगी तरह अपने माइंड दे विच रखियो। जो किसी मैट्रिक्स का स्क्वेयर करन ते वही मैट्रिक्स आ जाती है, तो उसनूं आपां की बोलते हैं? अडिंपोटेंट मैट्रिक्स बोलते हैं, ठीक है। फॉर एग्जाम्पल मैंने इत्थे आइडेंटिटी लई, जो मैंने एग्जाम्पल आइडेंटिटी लई तो इत्थों एक चीज़ तो क्लीयर हो जाती है कि आइडेंटिटी की हुंदी है? अडिंपोटेंट मैट्रिक्स भी हुंदी है, ऑर्थोगोनल भी हुंदी है, अडिंपोटेंट भी हुंदी है, ठीक है जी। नैक्सट अगर आप गल करिए, फॉर एग्जाम्पल इत्थे मैं कोई जो आइडेंटिटी तो बिना कोई एग्जाम्पल ले लैने जिवें मैंने इत्थे एग्जाम्पल ली 1/2 की, मैं सारे एलीमेंट्स की ले ले 1/2 दे ले ले,
ਜਦੋਂ ਮੈਂ ਇਸ ਨੂੰ ਇਸੇ ਮੈਟ੍ਰਿਕਸ ਨਾਲ मतलब सेम ਨਾਲ एक तरीके ਨਾਲ ਸਕੇਅਰ करूँगी ਜਾਂ मल्टीप्लाई करूँगी ਤਾਂ ਮੇਰੇ ਕੋਲ ਕੀ ਆਏਗਾ, आंसर की आएगा दोबारा यही मैट्रिक्स आ जाएगी। तुसी चाहो तो मल्टीप्लाई करके चेक कर सकते हो बड़ी ईजीली, ठीक है। मैं एग्जाम्पल तां ही दे रही हूँ ताकि तुसी खुद सॉल्व कर सको, ठीक है। तो इस तरीके नाल तुसी इसनूं चेक कर सकते हो। तो उम्मीद है ये पॉइंट तुहानूं क्लीयर हो गया होगा कि डिम्पोर्टेंट मैट्रिक्स किहड़ी हुंदी है, ठीक है। नैक्सट अगर आप गल करिए हर यूनिट मैट्रिक्स हुंदी है जिहड़ी डिम्पोर्टेंट हुंदी है, आप पिछे वो नहीं करके आए हैं कि आइडेंटिटी का स्केयर करो तो भी कोई फर्क नहीं पैंदा, ठीक है। नैक्सट अगर आप गल करिए नीलोपोटेंट मैट्रिक्स, हुण नीलोपोटेंट मैट्रिक्स किहड़ी हुंदी है, वो मैट्रिक्स इत्थे तो मैं गल कीती सी स्केयर दी, ठीक है, बट इत्थे मैं स्केयर की गल नहीं कर रही। इत्थे पावर कुछ भी हो सकती है, पावर 4 भी हो सकती है, पावर 10 भी हो सकती है, पावर 20 भी हो सकती है। मतलब ए दी पावर जिन्नी आपां करिए, हुण ए है कोई मैट्रिक्स, मैं उसका स्केयर किया पर मेरे को 0 नहीं आया, मैंने उसका क्यूब किया मेरे को 0 नहीं आया, मैंने इसका पावर 4 किया मेरे को 0 आ गया, मतलब 0 मैट्रिक्स आ गई, ठीक है। उस तो बाद मैं ए दी पावर 5 करूँगी तो ऑब्वियसली वो भी तो 0 ही आएगी, ठीक है। ए दी पावर 6 करूँगी तो भी उन्हें 0 आना है, क्योंकि जो एक बार 0 मैट्रिक्स बन गई तो उन्हें अगे 0 ही बनना है, ठीक है। तो यदा मतलब ये हो गया कि जो सब तो छोटी पावर है, सब तो छोटी पावर करने तो बाद मेरे को 0 मैट्रिक्स बनी है, उसनों आपां की बोलते हैं नीलोपोटेंट मैट्रिक्स बोलते हैं। और जो वो पावर होंगी है, फॉर एग्जाम्पल इत्थे 4 है तो ये जो 4 होएगा ये मेरे को की होएगा इंडेक्स होएगा, इंडेक्स होएगा, ठीक है जी। तो इसनों अगर मैं जनरल फॉर्म के लिखा तो ए दी पावर पी जो मेरे को की आ जाती है 0 मैट्रिक्स बन जाती है, जिथे पी मेरे को की होंगी है इंडेक्स होंदा है। हुण इत्थे एक चीज़ का ध्यान रखना है कि पावर कुछ भी करो, एक बार 4 आ गया तो 5 6 7 भी 0 ही आएगा, पर उत्थे मेरे को की होनी चाहिए स्मॉलेस्ट होनी चाहिए। मैं 5 6 नहीं लूँगी इत्थे, मैं इत्थे 4 लूँगी, ठीक है जी। उम्मीद है ये चीज़ क्लीयर होगी। तो नीलोपोटेंट मैट्रिक्स किहड़ी हुंदी है कि अगर मैं ए दी जिन्नी भी पावर करा उस वो पावर करने तो बाद मेरे को की आन लग जाए 0 मैट्रिक्स आन लग जाए, तो वह मैट्रिक्स मेरे को किहड़ी हुंदी है नीलोपोटेंट, जिथे पी मेरे को की हुंदा है इंडेक्स हुंदा है, ठीक है। नैक्सट अगर आप गल करिए अगले पॉइंट के उपर, अगली जो मैट्रिक्स है ये मैं गल की 0 मैट्रिक्स की। हुण इत्थे मैं गल कर रही हाँ आइडेंटिटी की। जो मैं देखो इस तो पहला जो मैट्रिक्स सी वो ए स्केयर ए दे इक्वल आना चाहिए सी, ठीक है। उस तो बाद मैंने कहा सी कि ए दी पावर पी है, ठीक है, और मेरे को की बनना चाहिए 0। हुण पी दी वैल्यू कुछ भी हो सकती है, नॉट जरूरी कि स्केयर होवे, कुछ भी हो सकती है। हुण इत्थे मैं गल कर रही हाँ कि जो मैं ए दा स्केयर कर रही हाँ तो मेरे को की आनी चाहिए आइडेंटिटी आनी चाहिए है। हुण इत्थे की आनी चाहिए है जी आइडेंटिटी। इनू की कहते हैं आप कह सकते हैं कि ए दा स्केयर कर रही हूँ, कोई मैट्रिक्स है मेरे को, मैं उसका स्केयर किया तो मेरे को की बन गई आइडेंटिटी बन गई। मतलब इत्थे एक होर चीज़ भी बन जाती है कि हर एक यूनिट मैट्रिक्स इनवॉलंटरी मैट्रिक्स होंदी है। तो इत्थे यूनिट मैट्रिक्स जो है वह की होएगी डिम्पोटेंट भी होएगी, ऑर्थोगोनल भी होएगी, ठीक है, इनवॉलंटरी मैट्रिक्स भी होएगी। तो इत्थे ध्यान रखियो इन्हां चीज़ों का। नैक्सट अगर आप गल करिए इस तो बाद आ जाता पॉइंट यूनिटरी मैट्रिक्स। हुण यूनिटरी मैट्रिक्स किहड़ी हुंदी है, देखो तुहाडे माइंड दे विच ये चीज़ होएगी चंगी तरह। जो आपां उहदे वास्ते पढ़ रहे सी आपां किहड़ी मैट्रिक्स कीती सी जिहदे विच सिमेट्रिक ए दा ट्रांसपोज ए इंटू आइडेंटिटी बन जाए, है ना। हुण इत्थे यूनिटरी की गल कर रहे हैं तो यूनिटरी दे विच की हुंदा है, इहदे विच आपां हरमिशन लैके चलते हैं। जो ए दा हरमिशन करा सॉरी ट्रांजुगेट करा इंटू ए करा तो मेरे को की आ जाए आइडेंटिटी आ जाए, दैट इज़ नोन एज यूनिटरी मैट्रिक्स। दोबारा दस रही हूँ, जो मैं ए इसमें इस तरीके नाल भी लिख सकती हाँ मैं 1 मिनट ट्रांसपोज द कंजुगेट, ठीक है, इंटू ए करा तो मेरे को आइडेंटिटी बन जाए तो दैट इज़ नोन एज यूनिटरी मैट्रिक्स, ठीक है जी। उम्मीद है ये चीज़ क्लीयर होगी तो सानू पूरी चंगी तरह, ठीक है। इन्हों के जस्ट नेम याद रख लो, इन्होंने सॉल्व किवें करना है वो तो सानू पता होना चाहिए कि किहड़ी मैट्रिक्स किस तरीके नाल सॉल्व करके आप फाइंड कर सकते हैं कि वो मैट्रिक्स है या नहीं। बस इन्नी चीज़ है इत्थे, ठीक है जी। हुण अगर आप गल करिए इहदे बारे थोड़ा होर पढ़ लैंदे यूनिटरी मैट्रिक्स बारे। स्केयर मैट्रिक्स इन्हों आप अगर डिफाइन करना चाहिए तो किस तरीके नाल लिख सकते हैं। अ स्केयर मैट्रिक्स इज सेट टू यूनिटरी इफ ए दा ट्रांजुगेट आई मीन टू से दिस इंटू ए इज इक्वल टू आइडेंटिटी, ठीक है जी। हुण इहदा मतलब की हो जाता है, एक होर चीज़ है, ठीक है। अगर मैं उसका डिटर्मिनेंट निकाल दी हाँ, इन्हों के डिटर्मिनेंट निकाल के इन्हों आपस में मल्टीप्लाई कर दिया तो वह की होएगा इक्वल टू 1 होएगा। चलो तो डिटर्मिनेंट के पढ़ांगे डिटेल के, ठीक है। जो फिर आप यही की कह सकते हैं
कि जो डिटर्मिनेंट हुंदा यूनिटरी मैट्रिक्स दा इज ऑफ यूनिट मॉडुलस फॉर अ मैट्रिक्स टू बी यूनिटरी इट मस्ट बी नॉन सिंगुलर। सिंगुलर नहीं होनी चाहिए मैट्रिक्स, ठीक है। बस तुसीं इन्ना क माइंड दे विच रखो, डिटर्मिनेंट दे विच इस कॉन्सैप्ट नूं होर ज़्यादा डिटेल दे विच करांगे। तुसीं फिलहाल इन्ना क अपने माइंड दे विच रखो कि जदों तुसीं ए ट्रंजुगेट ए करते हो तो तुहाडे कोल की बनती है, आइडेंटिटी बनती है, तो उस मैट्रिक्स नूं की बोलते हैं, यूनिटरी मैट्रिक्स बोलते हैं। इस तो इलावा जेकर मैं उन्हां दी आपस दे विच डिटर्मिनेंट करके मल्टीप्लाई कर रही हूँ तो वह भी मेरे को की आएगा 1 आएगा। हुण डिटर्मिनेंट वाला कॉन्सैप्ट है तो जो डिटर्मिनेंट चैप्टर करांगे उदों ज़्यादा डिटेल दे विच पढ़ांगे, ठीक है। इस तो अगला जो पॉइंट है, जो डिटर्मिनेंट वाले कॉन्सैप्ट ने वो मैं ज़्यादा डिटेल दे विच नहीं दस रही, ठीक है। तो वह जस्ट एक बार ओवरव्यू लै रहे हो उन्होंने पीरियोडिक मैट्रिक्स किहड़ी हुंदी है। पीरियोडिक मैट्रिक्स का मतलब ये हो गया, फॉर एग्जाम्पल मैंने इत्थे ए नूं 3 बार मल्टीप्लाई किया तो मेरे को वापस ए आ गई, ठीक है। हुण इसनूं मैं किवें लिख सकती हाँ, 2 + 1 लिख सकती हाँ, ठीक है जी। तो 2 मेरे को की होएगा, 2 इज नोन एज पीरियड ऑफ द मैट्रिक्स। क्लीयर। जनरल फॉर्म ये देखो की होएगी, ए दी पावर मैं k + 1 टाइम्स उसनूं मल्टीप्लाई करती हाँ तां किते जाके मेरे को ए वापस आंदा है, तो वह की होएगी पीरियोडिक मैट्रिक्स होएगी, जिथे k मेरे को की होएगा पीरियड ऑफ द मैट्रिक्स। क्लीयर है। उम्मीद है तुहानूं एक चीज़ क्लीयर होएगी, ठीक है। हुण इत्थे एक चीज़ ध्यान च रखनी है कि जिवें इत्थे आपां एग्जाम्पल लई सी, ए नूं मैं 3 बार मल्टीप्लाई किया तां किते जाके मेरे को ए वापस आया, ਇਹਦਾ मतलब जो पीरियड होएगा इस तो एक घट होएगा, ठीक है। वो कितना होएगा 2 होएगा। क्लीयर है। तो 2 इज कितना होएगा पीरियड, क्योंकि अपने को जो फॉर्म है वो किस फॉर्म के होंगी है, k + 1 की फॉर्म के होंगी है। तो इस चीज़ को थोड़ा बस ये यही चीज़ है जो ध्यान च रखने टाइम लई है, ठीक है जी। बाकी बिल्कुल ईजी जी चीज़ है। उम्मीद है पहली गल तो तुहानूं सारियां जो टाइप्स ने बहुत चंगी तरह क्लीयर हो गई होंगियां। बहुत कुछ अज आप स्टडी किया, स्पैशल जो आप कह सकते हैं टाइप दी मैट्रिसेस ने वो सारियां ही आप क्लीयर कर लिया, प्रॉपरली देख लिया, ठीक है। बाकी जो MCQs करांगे तो होर भी ज़्यादा क्लीयर होएगा चंगे तरीके नाल। मैट्रिसेस ते डिटर्मिनेंट दोनों के एटलीस्ट आप 100 के नियर अबाउट आप MCQs करांगे, ठीक है। तो चंगी तरीके नाल कोशिश की जाएगी कि डिटर्मिनेंट करने तो पहले आप मैट्रिक्स के जो MCQ ने वो करिए ताकि चंगी तरह कॉन्सैप्ट क्लीयर हो सके, ठीक है। तो उम्मीद है तुहानूं चंगा लगा होएगा, वीडियो ईजी है, पूरा आप किया, ठीक है। अगर डिटेल दे विच दोबारा तुसीं इस वीडियो देखते हो तो थोड़े सारे कॉन्सैप्ट की हो जाएंगे, क्लीयर हो जाएंगे। तो जरूर अगर पसंद आई वीडियो तो लाइक शेयर तो सबसक्राइब करना ना भूलो जेकर तुसीं पहली बार साडे चैनल ते हो, यूजफुल रहेगा है तुहाडे लई, ठीक है। तो चलो अगे मिलते हैं फिर नैक्सट वीडियो दे विच, जिहदे विच आपां काफ़ी कुछ स्टडी करांगे। एडजॉइंट दी जिन्नियां भी प्रॉपर्टीज़ ने सारा कुछ वो स्टडी करांगे। सिर्फ एक एडजॉइंट ही पॉइंट है जो रहिंदा अपना, इस तो इलावा मैट्रिक्स के नाल रिलेटेड सारे पॉइंट्स ने आप जो कर चुके हैं, ठीक है। एडजॉइंट तो बाद देखते हैं MCQs या फिर जो डिटर्मिनेंट है वो करांगे, कोशिश की जाएगी पहले MCQs की, ठीक है जी। तो चलो जो वीडियो पसंद आया लाइक शेयर सबसक्राइब जरूर करो ताकि तैयारी तुसीं करते हो तो तुहाडे फ्रेंड्स भी कर सकन, ठीक है जी। तो चलो नैक्सट वीडियो दे विच मिलते हैं, अज लई बस इन्ना ही, थैंक यू।